ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਹਿਸਟਰੀ ਸੀਰੀਜ਼ ਦੇ ਵਿੱਚ ਰੀਜਨਲ ਸਟੇਟਸ ਡਿਊਰਿੰਗ 18th ਸੈਂਚੁਰੀ ਸਟੱਡੀ ਕਰਾਂਗੇ। 18th ਸੈਂਚੁਰੀ यानी कि 1700 ਦੇ ਦੌਰਾਨ ਦਾ ਟਾਈਮ, यानी कि 1700 ਤੋਂ ਲੈ ਕੇ 1799 ਤੱਕ ਦਾ ਟਾਈਮ, ਇਹ ਸਾਰਾ 18th ਸੈਂਚੁਰੀ ਹੈ। ਹੁਣ ਆਪਾਂ ਵੈਸੇ ਤਾਂ ਪੜ੍ਹਿਆ ਸੀ ਇਸ ਟਾਈਮ ਦੌਰਾਨ ਮੁਗਲਾਂ ਦੀ ਹਿਸਟਰੀ ਸਾਰੀ, ਪਰ ਆਪਾਂ ਨੂੰ ਇਹ ਵੀ ਪਤਾ ਹੈ ਇਸ ਟਾਈਮ ਦੌਰਾਨ ਮੁਗਲ ਵੈਸੇ ਤਾਂ ਇੰਡੀਆ 'ਚ ਐਗਜ਼ਿਸਟ ਕਰ ਰਹੇ ਸੀ, ਪਰ ਉਹ ਹੌਲੀ ਹੌਲੀ ਕਾਫੀ ਵੀਕ ਹੁੰਦੇ ਜਾ ਰਹੇ ਸੀਗੇ। ਉਹ ਕਹਿਣ ਨੂੰ ਮੁਗਲ ਰਾਜੇ ਸੀ, ਉਹ ਕਹਿਣ ਨੂੰ ਇੰਡੀਆ ਦੇ ਰਾਜੇ ਸੀਗੇ, ਪਰ ਅਸਲ ਦੇ ਵਿੱਚ ਇਸ ਟਾਈਮ ਦੌਰਾਨ ਹੋਰ ਕਾਫੀਆਂ ਛੋਟੀਆਂ ਛੋਟੀਆਂ ਪਾਵਰਾਂ ਇੰਡੀਆ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਪਾਵਰਫੁਲ ਬਣ ਗਈਆਂ ਸੀਗੀਆਂ। ਹੁਣ ਅਸਲ ਅਥਾਰਟੀ ਉਹਨਾਂ ਦੀ ਚੱਲਦੀ ਸੀਗੀ। ਤਾਂ ਇਹ ਜਿਹੜੇ ਰੀਜਨਲ ਸਟੇਟ ਯਾਨੀ ਕਿ ਖੇਤਰੀ ਰਾਜ ਜਿਹੜੇ ਛੋਟੇ ਛੋਟੀਆਂ ਪਾਵਰਾਂ ਸੀਗੀਆਂ, ਇਹਨਾਂ ਦੀ ਹਿਸਟਰੀ ਅੱਜ ਆਪਾਂ ਸਟੱਡੀ ਕਰਨੀ ਹੈ। ਹੁਣ ਇਹਨਾਂ ਚੋਂ ਕੁਝ ਕੁ ਪਾਵਰਾਂ ਆਪਾਂ ਦੇਖਾਂਗੇ ਅੱਗੇ ਚੱਲ ਕੇ ਕਾਫੀ ਪਾਵਰਫੁਲ ਹੋ ਜਾਂਦੀਆਂ ਹੈਗੀਆਂ, ਤੇ ਆਪਾਂ ਇਹ ਵੀ ਦੇਖਾਂਗੇ ਜਦੋਂ ਆਪਾਂ ਯੂਰੋਪੀਅਨ ਕੰਪਨੀਜ਼ ਬਾਰੇ ਪੜਾਂਗੇ ਵੀ ਜਦੋਂ ਈਸਟ ਇੰਡੀਆ ਕੰਪਨੀ ਆਉਂਦੀ ਹੈਗੀ, ਉਹ ਜਦੋਂ ਇੰਡੀਆ ਚ ਆਉਂਦੀ ਹੈ ਤੇ ਇੰਡੀਆ ਤੇ ਜਦੋਂ ਕਬਜ਼ਾ ਕਰਨਾ ਚਾਹੁੰਦੇ ਆ, ਅਸਲ ਦੇ ਵਿੱਚ ਮੁਗਲ ਉਹਨਾਂ ਨੂੰ ਮੇਨ ਚੈਲੰਜ ਨਹੀਂ ਦਿੰਦੇਗੇ। ਇਨਫੈਕਟ ਆਹ ਜਿਹੜੇ ਛੋਟੇ ਛੋਟੇ ਰੀਜਨਲ ਸਟੇਟ ਸੀ, ਇਹੀ ਈਸਟ ਇੰਡੀਆ ਕੰਪਨੀ ਜਾਂ ਬ੍ਰਿਟਿਸ਼ਰਸ ਨੂੰ ਚੈਲੰਜ ਕਰਦੇ ਆ, ਤੇ ਈਸਟ ਇੰਡੀਆ ਕੰਪਨੀ ਅਲਟੀਮੇਟਲੀ ਇੱਕ ਇੱਕ ਕਰਕੇ ਇਹਨਾਂ ਰੀਜਨਲ ਸਟੇਟਸ ਨੂੰ ਹਰਾ ਕੇ ਜਾਂ ਆਪਦੇ ਕੰਟਰੋਲ 'ਚ ਕਰਕੇ ਹੀ ਸਾਰੇ ਇੰਡੀਆ ਤੇ ਕਾਬਜ਼ ਹੋ ਜਾਂਦੀ ਹੈ। ਠੀਕ ਹੈ ਜੀ। ਤਾਂ ਅੱਜ ਆਪਾਂ ਇਹਨਾਂ ਬਾਰੇ ਸਟੱਡੀ ਕਰਨਾ ਹੈ। ਹੁਣ ਜਦੋਂ ਆਪਾਂ ਇਹਨਾਂ ਰੀਜਨਲ ਸਟੇਟਸ ਨੂੰ ਸਟੱਡੀ ਕਰਦੇ ਹਾਂ, ਇਹਨਾਂ ਨੂੰ ਜੀ ਆਪਾਂ ਤਿੰਨ ਕੈਟੇਗਰੀਜ਼ ਦੇ ਵਿੱਚ ਵੰਡ ਸਕਦੇ ਹਾਂ। ਸਭ ਤੋਂ ਪਹਿਲਾਂ ਆਉਂਦੇ ਹੈ ਜੀ ਸਕਸੈਸ਼ਨ ਸਟੇਟਸ। ਇਹਦੇ ਵਿੱਚ ਉਹ ਵਾਲੇ ਸਟੇਟ ਆ ਜਾਂਦੇ ਆ ਜਿਹੜੇ ਇੱਕ ਤਰੀਕੇ ਨਾਲ ਮੁਗਲਾਂ ਨੂੰ ਸਕਸੀਡ ਕਰ ਜਾਂਦੇ ਆ। ਕਹਿਣ ਦਾ ਮਤਲਬ ਇਹ ਹੈ, ਇਹ ਉਹ ਰਾਜ ਸੀਗੇ ਜਿਹੜੇ ਇੱਕ ਟਾਈਮ ਮੁਗਲਾਂ ਦੇ ਇੰਟੀਗਰਲ ਪਾਰਟ ਸੀਗੇ, ਮੁਗਲ ਰਾਜ ਦਾ ਅਹਿਮ ਹਿੱਸਾ ਸੀਗੇ। ਪਰ ਹੌਲੀ ਹੌਲੀ ਕੀ ਹੁੰਦਾ, ਜਿਹੜੇ ਬੰਦੇ ਇੱਥੇ ਪਾਵਰਫੁਲ ਸੀ, ਜਿਹੜੇ ਇਹਨਾਂ ਸਟੇਟਸ ਨੂੰ ਕੰਟਰੋਲ ਕਰ ਰਹੇ ਸੀਗੇ, ਉਹ ਹੌਲੀ ਹੌਲੀ ਕੀ ਹੁੰਦਾ, ਇੱਕ ਤਰੀਕੇ ਦੇ ਇੰਡੀਪੈਂਡੈਂਟ ਰਾਜੇ ਬਣ ਜਾਂਦੇ ਹੈਗੇ। ਇਹਦੇ ਵਿੱਚ ਆਪਾਂ ਦੇਖਿਆ ਜੀ, ਆਪਾਂ ਪਹਿਲਾਂ ਗੱਲ ਵੀ ਕੀਤੀ ਹੈ, ਇਹਦੇ ਵਿੱਚ ਤਿੰਨ ਨਾਮ ਆਉਂਦੇ ਆ ਮੇਨ। ਹੈਦਰਾਬਾਦ, ਫੇਰ ਆਉਂਦਾ ਜੀ ਬੰਗਾਲ, ਤੇ ਇੱਕ ਆਉਂਦਾ ਜੀ ਅਵਧ। ਸਕਸੈਸ਼ਨ, ਇਹ ਉੱਤਰਾਧਿਕਾਰੀ ਸਟੇਟ ਬਣ ਜਾਂਦੇ ਮੁਗਲਾਂ ਦੇ। ਹੁਣ ਹੈਦਰਾਬਾਦ, ਬੰਗਾਲ, ਅਵਧ ਤਿੰਨੇ ਮੁਗਲਾਂ ਦੇ ਅੰਦਰ ਸੀ, ਮੁਗਲਾਂ ਦੇ ਸੂਬੇ ਸੀਗੇ। ਮੁਗਲ ਇੱਥੇ ਆਪਦਾ ਬੰਦਾ ਲਾਉਂਦੇ ਸੀ, ਮੁਗਲ ਗਵਰਨਰ ਹੁੰਦਾ ਸੀ ਜਿਹੜਾ ਮੁਗਲਾਂ ਲਈ ਇਸ ਏਰੀਏ ਦੀ ਸਾਰੀ ਨਿਗਰਾਨੀ ਕਰਦਾ ਸੀ। ਪਰ ਹੁਣ ਹੌਲੀ ਹੌਲੀ ਕੀ ਹੁੰਦਾ, ਇੱਥੋਂ ਦੇ ਗਵਰਨਰ ਦੇਖਦੇ ਆ ਵੀ ਮੁਗਲ ਤਾਂ ਜਿਹੜਾ ਮੁਗਲ ਰਾਜਾ ਉਹ ਕਮਜ਼ੋਰ ਹੁੰਦਾ ਜਾ ਰਿਹਾ, ਤੇ ਉਹ ਹੌਲੀ ਹੌਲੀ ਇਹਨਾਂ ਏਰੀਆ ਦੇ ਵਿੱਚ ਆਪਦੀ ਅਥਾਰਟੀ ਪੂਰੀ ਕਾਇਮ ਕਰ ਲੈਂਦੇ ਹੈਗੇ। ਤੇ ਇਹ ਐਵੇਂ ਨਹੀਂ ਕਰਦੇ ਵੀ ਓਪਨਲੀ ਮੁਗਲ ਰਾਜੇ ਨੂੰ ਕਹਿੰਦੇ ਅਸੀਂ ਇੱਥੋਂ ਅੱਡ ਹੋ ਗਏ, ਨਹੀਂ, ਇਹ ਓਪਨਲੀ ਕਦੇ ਵੀ ਇਹੋ ਜਿਹਾ ਕਲੇਮ ਨਹੀਂ ਕਰਦੇ। ਬਸ ਹੌਲੀ ਹੌਲੀ ਉਹ ਇਨਫੈਕਟ ਚੁੱਪ ਚਪੀਤੇ ਜੇ ਬਿਲਕੁਲ ਹੀ ਅਲੱਗ ਹੋ ਜਾਂਦੇ ਹੈਗੇ। ਕਿਵੇਂ ਹੁੰਦਾ ਇਹ ਪ੍ਰੋਸੈਸ ਵੀ ਆਪਾਂ ਸਾਰਾ ਸਮਝਾਂਗੇ। ਤਾਂ ਇੱਕ ਤਾਂ ਆ ਗਿਆ ਜੀ ਸਕਸੈਸ਼ਨ ਸਟੇਟਸ, ਦੂਸਰੇ ਆ ਗਏ ਜੀ ਰਿਬੇਲੀਅਨ ਸਟੇਟਸ। ਹੁਣ ਇਹ ਉਹ ਵਾਲੇ ਏਰੀਏ ਸੀਗੀਆਂ, ਉਹ ਵਾਲੇ ਪਾਵਰ ਸੀਗੀਆਂ ਜਿਹੜੇ ਮੁਗਲਾਂ ਦੀ ਫਾਰਮਲੀ ਹਿੱਸਾ ਨਹੀਂ ਸੀਗੇ, ਯਾਨੀ ਕਿ ਇਹ ਉਹ ਏਰੀਏ ਸੀ ਜਿਹੜੇ ਮੁਗਲਾਂ ਦੇ ਅੰਡਰ ਤਾਂ ਆਉਂਦੇ ਸੀਗੇ, ਪਰ ਇੱਥੇ ਹੁਣ ਜਿਹੜੀਆਂ ਸ਼ਕਤੀਆਂ ਆ ਗਈਆਂ ਸੀ, ਜਿਹੜੇ ਲੋਕ ਪਾਵਰ 'ਚ ਆ ਗਏ ਸੀ, ਉਹ ਮੁਗਲਾਂ ਦੇ ਭਾਈਵਾਲ ਨਹੀਂ ਸੀਗੇ। ਇੱਥੇ ਦੀ ਐਗਜ਼ਾਮਪਲ ਆਉਂਦਾ ਹੈ ਜਿਵੇਂ ਕਿ ਮਰਾਠਾਸ। ਹੁਣ ਮਰਾਠਾਸ ਕਿੱਥੋਂ ਸ਼ੁਰੂ ਹੋਇਆ, ਆਪਾਂ ਨੂੰ ਪਤਾ ਮਹਾਰਾਸ਼ਟਰ ਵਾਲੇ ਰੀਜਨ ਤੋਂ। ਉਹ ਰੀਜਨ ਮੁਗਲਾਂ ਦੇ ਅੰਦਰ ਆਉਂਦਾ ਸੀ, ਪਰ ਮਰਾਠੇ ਵੈਸੇ ਕਦੇ ਵੀ ਮੁਗਲਾਂ ਦੀ ਐਡਮਿਨਿਸਟ੍ਰੇਸ਼ਨ ਦਾ ਪਾਰਟ ਨਹੀਂ ਸੀਗੇ। ਸ਼ਿਵਾਜੀ ਤੋਂ ਸਟੋਰੀ ਸ਼ੁਰੂ ਹੁੰਦੀ ਹੈ ਤੇ ਹੌਲੀ ਹੌਲੀ ਇੰਨੇ ਪਾਵਰਫੁਲ ਹੋ ਜਾਂਦੇ ਆ ਵੀ ਇਹ ਓਪਨਲੀ ਮੁਗਲਾਂ ਦੇ ਖਿਲਾਫ ਰਿਬੇਲੀਅਨ ਜਾਂ ਵਿਦਰੋਹ ਦਾ ਝੰਡਾ ਚੱਕ ਲੈਂਦੇ ਆ, ਤੇ ਹੌਲੀ ਹੌਲੀ ਇਹ ਆਪਦਾ ਰੂਲ ਹੈ ਕਾਇਮ ਕਰ ਲੈਂਦੇ ਆ। ਸਿਮਿਲਰਲੀ ਹੋਰ ਕਿਹਨੇ ਵਿਦਰੋਹ ਕਰਕੇ ਬਣਾਇਆ, ਸਿੱਖ ਕਿੰਗਡਮ ਹੁੰਦੀ ਹੈ। ਸਿੱਖ ਵੀ ਹੁਣ ਕਦੇ ਮੁਗਲਾਂ ਦਾ, ਮੁਗਲਾ ਏਰੀਆ ਜਿਹੜਾ ਪੰਜਾਬ ਦਾ ਮੁਗਲਾਂ ਦੇ ਅੰਦਰ ਸੀਗਾ, ਪਰ ਸਿੱਖ ਕਦੇ ਇਹ ਨਹੀਂ ਹੈ ਵੀ ਮੁਗਲਾਂ ਦੇ ਭਾਈਵਾਲ ਸੀਗੇ, ਵੀ ਐਡਮਿਨਿਸਟ੍ਰੇਸ਼ਨ ਦੇ ਵਿੱਚੋਂ ਪਾਰਟ ਸੀਗੇ, ਨਹੀਂ। ਇਨਫੈਕਟ ਆਪਾਂ ਨੂੰ ਪਤਾ ਬਾਬਾ ਬੰਦਾ ਬਹਾਦਰ ਤੋਂ ਬਾਅਦ ਚ ਹੌਲੀ ਹੌਲੀ ਸਿੱਖ ਮਿਸਲਾਂ ਆਉਂਦੀਆਂ, ਤੇ ਇਹ ਵੀ ਓਪਨਲੀ ਜ਼ੋਰ ਦੇ
सिर ते मुगलों की अथॉरिटी खत्म करके अपना राज है जिहड़ा पंजाब दे विच बना लिया। तो सिख राज भी है रिबेलियन स्टेट दे विच आ जाता है। सिमिलरली आपां पढ़ांगे जी जाट किंगडम बनती है, सिमिलरली छोटिया छोटिया अफगान किंगडम्स बनती हैं। ये सारे किहदे एग्जाम्पल है? रिबेलियन स्टेट्स के। ठीक है जी। तो थर्ड एक होर टाइप होंदी है जी, जिन्होंने तुसीं एवें कह सकते हो या तो कह लो एक्सटर्नल स्टेट्स, या तुसीं कह सकते हो इंडिपेंडेंट किंगडम्स। एक्सटर्नल तो अपना की मतलब है जी, वो राज ने जिहड़े कदे मुगलों के कंट्रोल दे विच आए ही नहीं, यानी कि ये मुगलों के एरिए तो बाहर ही रहे, एक्सटर्नल। या आप कह रहे इंडिपेंडेंट, यानी कि ये मुगलों के अंदर कदे आए नहीं, ये इंडिपेंडेंट ही रहे सीगे, ये वो वाले राज सीगे। तो 18th सेंचुरी के दौरान आपां नूं सक्सेशन स्टेट भी देखने को मिलणगे, रिबेलियन स्टेट भी ते एक्सटर्नल स्टेट भी। इहदे च एग्जांपल आ जाती है जी मैसूर, हैदर अली ते टीपू सुल्तान के अंडर। मैसूर वाला एरिया हुण कदे मुगलों के अंडर सीगा ही नहीं। सिमिलरली एक्सट्रीम साउथ दे विच त्रावणकोर स्टेट सीगा, त्रावणकोर दी किंगडम सीगी, यह एरिया भी कदे मुगलों के अंडर सीगा ही नहीं। सिमिलरली तुसीं नॉर्थ ईस्ट इंडिया कह सकते हो, नॉर्थ ईस्ट इंडिया जिहड़ा अज दा है यह वाला रीजन भी मुगलों के कंट्रोल तो बाहर ही सीगा। इत्थे हुण देखो आपां राजपूत नूं भी रख सकते हैं, हालांकि कोई यह भी आर्ग्यू कर सकता भी नहीं राजपूत नूं भी इधर ही रखो। ठीक है, क्योंकि राजपूत देखो जी, राजपूत हो वैसे तो मुगलों के भाईवाल सीगे, भाईवाल इन द सेंस उन्होंने मुगल जो राज कर रहे थे तो उस राज दे विच राजपूत भी हिस्सेदार सीगे, पर मुगलों ने कदे भी राजपूतों नूं एक तरीके नाल बहुत ज्यादा कंट्रोल दे विच नहीं कीता। आपदे इन्हां नूं काफी ज्यादा खुल ते आजादी हुंदी सीगी, तो ये जरूर कहंदे सी भी असीं मुगलों के अंडर है, पर आपदे राज दे विच आपदियां रियासतां दे विच इन्हां दी ही पूरी चलदी सी। ताई करके आपां इन्हां नूं इत्थे इंडिपेंडेंट किंगडम दे विच ही रखिया। तो जिवें जिवें हुण मुगल वीक होए ये बिल्कुल ही आजाद हो जाणगे। पर अगेन तुसीं ये भी कह सकते हो भी जी ये भी सक्सेशन स्टेट ही है, क्यों? क्योंकि ये भी मुगलों के नाल सीगे। ठीक है, उन्हां दी सपोर्ट करते सीगे, तो हौली हौली क्योंकि इंडिपेंडेंट बन जाते तो तुसीं खैर ये भी आर्ग्यू कर सकते भी ये सक्सेशन स्टेट सी, पर आपां स्टिल इत्थे रख के चलांगे। ठीक है जी। तो ये तीन तरह के तीन टाइप्स के किंगडम्स या रियासतां या राज ने जिहड़े आपां नूं 18th सेंचुरी के दौरान देखण नूं मिलदे आ। तो अज आपां जी जिहड़े सक्सेशन स्टेट्स ने तीन स्टेट जिहड़े हैदराबाद, बंगाल ते अवध, इन्हां नूं स्टडी करांगे। ठीक है जी। हुण इन्हां नूं एक एक करके स्टडी करन तो पहला इन्हां बारे कुछ समझ लीए, इन्हां दे कॉमन पॉइंट सीगे आपां ओह देख लीए। हुण इह तिन्ने जिहड़ियां किंगडम सीगियां ਇਹ जी मुगलों के मेन तीन सूबे सीगे, इन्हां दे विच इन्हां दे सूबादार लाए हुंदे सी। इन्हां तिन्ने सूबादारां ने देखिया भी मुगल राजा कमजोर हुंदा जा रहा है, ते हौली हौली ये प्रैक्टिकली पूरे इंडिपेंडेंट बन गए। प्रैक्टिकली इंडिपेंडेंट का मतलब की है? यह जी आपकी मर्जी में कोई भी लड़ाई लाते थे, आपके आंढ गुआंढ कोई भी होर राजा है वो इन्हों लगता भी मैनू लड़ाई करनी है तो यह लड़ाई करते थे बिना कितों पूछे मुगल राजे तो। हम कहेंगे तो अंदर की करो तो कुछ पूछते नहीं थे। अच्छा, फिर लड़ाई तो बाद संधियां जड़ियां होंदियां वो भी आपकी मर्जी में लाते थे, राजे ने कुछ नहीं सी पुछते करते है। ठीक है जी। सिमिलरली हम जो इन्होंने कोई अटैक करता तो यह नहीं है कि मुगल राजे को जाते थे भी साढ़े से अटैक हो गया साड़ी हेल्प करो, नहीं, ये हुण इंडिपेंडेंट हो रही थी, आपकी जिम्मेवारी आप चक रहे थे, आपकी फौज आप मेनटेन कर रहे थे। तो कोई भी अटैक करना है, आपकी डिफेंस करना है, ये सारा कुछ आप देखते थे। दूजी चीज यह हुण आपके राज दे विच जिहड़े भी जगीरां वंडणियां, जिहड़े भी ऑफिसर्स वंडने हैं, यानी कि अफसर लाने आपदे, वो सारा कुछ भी ये आपकी मर्जी नाल ही करते सी, बगैर कि नहीं पूछे मुगल
राजे नूं। ठीक है जी। तो प्रैक्टिकली जिवें एक इंडिपेंडेंट राजा काम करदे उवें ही काम कर रहे सी, पर वैसे फॉर्मली कागजां दे विच इह की सी, फॉर्मली दे owed allegiance to the मुगल एम्परर। तो फॉर्मली ये जरूर कहते सी भी हाँ असी जी मुगल राज के अंडर हाँ, साडा सुप्रीम लीडर वही हैगा। अच्छा, वो चीज किवें सिग्नीफाई करते सी, ये की करते सीगे, उन्होंने रेगुलर ट्रिब्यूट भेजते सीगे, ट्रिब्यूट भेजते सी, रेगुलर गिफ्ट भेजते सी बई हर साल कुछ ना कुछ उन्होंने पक्का फिक्स अमाउंट है जी पैसे की ये भेजते सीगे। की सिग्नीफाई करता सी भी हाँ असी तेरे अंदर ही आगे, साडा ओवरलोड तू ही हैगा, ताई असीं तैनूं ये पैसा भेजने। ठीक है। सिमिलरली जे तुसीं देखो इन्हां दे राज दे विच जिहड़ा खुतबा है वो भी मुगल राजे दे नां ते पढ़िया जांदा सी। खुतबा की हुंदा, हुण फ्राइडे नूं मॉस्क दे विच बेसिकली खुतबा पढ़िया जांदा है, तो जिहड़ा काजी है इमाम है वो एक सरमन इशू करदा है, एक संदेश जारी करदा है सारे मुसलमानों नूं। तो बेसिकली वो बंगाल, हैदराबाद ते अवध तिन्ने स्टेट्स दे विच किहदे नां ते पढ़िया जांदा सी, मुगल राजे दे नां ते। तां इहदे विच की डिक्लेयर कीता जांदा सी भी हाँ राजा कौन है, मुगल राजा ही है, तां आप दे नां ते ये नहीं सी पढ़दे। सिमिलरली सिक्के है जिहड़े वो हजे भी किहदे नां ते चलदे सीगे, मुगल राजे दे नां ते ही चलदे सीगे। तां इस तरीके नाल फॉर्मली सिर्फ ना दे ही सीगे, ये चीज़ां हुण देखो ज्यादा मायने नहीं रखदियां, बट सिर्फ ये कर रहे सीगे, पर असल च जो कुछ भी एक इंडिपेंडेंट राजा करता है वो सारियां चीज़ां कर रहे सीगे। ठीक है जी। तो ये तिन्नां दे ही कॉमन फीचर हैगे हैगे। हुण एक चीज होर इंपॉर्टेंट जिहड़ी तिन्नां दे विच कॉमन सीगी वो ये सीगी, आपां देखिआ हैगा मुगल और राजे के दौरान जिहड़े लेटर मुगल सी उन्हां दौरान आपां देखिआ फाइनैंसिस बिगड़ी जांदे सीगे। ਜਿਹੜੇ छोटे जिम्मेदार है उन्होंने की कीता सीगा, रेवेन्यू भेजना बंद करता सीगा, वो आ रेवेन्यू है जिहड़ा आपदी जेब च पा लेंदे सी, अगे भेजदे नहीं सीगे। ਉਹਦੇ करके आपां देखिआ फौज की सिचुएशन भी माड़ी हो रही सी, लॉ एंड ऑर्डर भी खराब हो गया सी। तो इन्हां सारे ने आके ਇਹ ਚੀਜ਼ਾਂ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ। ਕੀ ਕੀਤਾ ਫਿਰ ਇਹਨਾਂ ਨੇ, लॉ एंड ऑर्डर इंप्रूव किया। सिमिलरली ट्रेड एंड कमर्स, व्यापार है जिहड़ा ਉਹਨੂੰ भी इन्होंने प्रमोट किया, क्योंकि ओबवियसली ये तो इन्हों कमाई होंगी सी, तो यह चीज भी इन्होंने की। सिमिलरली इन्होंने की किया, जिहड़े हुण जमींदार सीगे मुगलों के अंदर जिहड़े आपकी मर्जी चलाउण लग गए सी, इन्होंने उन्होंने जमींदारां नूं कंट्रोल किया ते की कहा भी हुण तो साडे एरिया दे जिहड़े भी जमींदार है सानूं जी तुसीं हुण रेवेन्यू किसानां तो इकट्ठा करके सानूं भेजना है, हुण पहलां वालीआं गल्लां नहीं चलणीआं। तां की कीता इन्हां ने, कंट्रोल्ड द जमींदार, जिहड़े भी जमींदार से लोकल इन्हां दे अंडर उन्हां सारिआं नूं इन्हां ने कंट्रोल किया, ताकि वो सानूं पैसा टाइम ते भेजण, तां इन्हां दा फाइनैंस सी जिहड़े सुधर सकण। एक होर जिहड़ी कॉमन चीज सीगी इन्हां दे विच, ये सारे तिन्ने स्टेट है या जिहड़े इन्हां दे तिन्नां दे आपां देखांगे कि हैड होए, वो सारे की सीगे, दे वर सैकुलर इन आउटलुक। सैकुलर इन आउटलुक का मतलब इत्थे ये हैगा, भावें वो सारे मुसलमान सीगे पर उन्होंने आपदे राज दे विच धर्म का भेदभाव नहीं कीता। यानी कि ਇਹਦੇ पर दो डायमेंशन है, उन्होंने जिहड़े ऑफिसर्स सी, ऑफिसर्स वर गिवन यानी कि ऑफिसर्स यानी कि जिहड़े भी उन्होंने अपने अफसर लाए सी वो धर्म के आधार पर नहीं सिलाए जाते, भी ये नहीं है भी जे असीं मुसलमान है तो असीं अगे मुसलमानों नूं ही आपदे अफसर लावांगे, एवें दी गल नहीं सीगी। जिवें कि असफ जाह जिहड़ा हैदराबाद का नवाब सीगा, ओहदा भी दीवान कौन सीगा, पूरन चंद, जो कि एक हिंदू सीगा। तां एडी इंपॉर्टेंट पोस्ट उहने एक हिंदू नूं दित्ती। दूजी गल
जे कोई इन्हां दे खिलाफ सिर चकदा सी, ओबवियसली राजा हैगा वो ये पसंद नहीं करूगा भी साडे खिलाफ कोई आवाज चुके। जे कोई इन्हां दे खिलाफ आवाज चकदा सी तां ओहनूं रिलीजन के बेस ते कोई पक्षपात नहीं सी कीता जांदा भी जे साडे खिलाफ कोई बोलू ओहनूं सजा ये दिंदे सी, चाहे वो हिंदू होवे चाहे मुसलमान होवे। जिवें कि हुण जे आपां गल करिए बंगाल दी, बंगाल दे विच जी जो मुर्शिद कुली खान आउंदा, आपां अगे देखांगे मुर्शिद कुली खान पहला नवाब जिहड़ा बंगाल दा आउंदा है, उहदे टाइम ना जी जमींदार सी जिहड़े उन्हां ने विद्रोह कीता सीगा, जमींदारी अपराइजिंग हुई सी, जमींदार उहदे खिलाफ हो गए सी। क्यों? क्योंकि पहला मुगलों ने अंडर उन्होंने कोई पुछ गिछ नहीं सी, आपकी मर्जी नाल ही पैसा अगे भेजते सी, बाकी रख लेंदे सी। उन्हें आके उन्होंने कंट्रोल करने की कोशिश की तो उन्होंने ये चीज नहीं पसंद आई, वो मुर्शिद कुली खान के अगेंस्ट हो गए। तो काफी अपराइजिंग हुई, जिवें कि पहली एक हुई सी, उहदे विच जमींदार किहड़े किहड़े सीगे? सीताराम रे, उदय नारायण ते गुलाम मुहम्मद, यह तीन जमींदार मेन सी पहली अपराइजिंग। हुण देखो दो हिंदू भी नहीं, एक मुसलमान भी है, इन्हां ने अगेंस्ट हो गए सी नवाब दे। फिर एक होर अपराइजिंग हुई सी, उहदे विच जी सीगा मेन सुजात खान। फिर एक थर्ड हुई सी, उहदे विच जमींदार जिहड़ा अगेंस्ट हो गया सी वो सीगा निजात खान। तो जिहड़े मुर्शिद कुली खान ने उहने सारे नूं सप्रेस करता, इन्हां तिन्ने अपराइजिंग नूं। तो इन्हां सारे ने ओबवियसली उहने सजा दी, इन्हां सारे ने जमींदारियां खो के जिहड़े जिहड़े एरिए इन्हां दे अंडर आउंदे सी उहने किहनूं देते? एक होर बंदे नूं, राम जीवन नूं। ये हुण हिंदू सीगा, तो एवें नहीं सीगा उन्होंने भी ये हिंदू है तो कल साडे अगेंस्ट हो जाऊगा या ये सानू डिसलाइक करूगा, ये जी कोई भी कंसिडरेशन नहीं सीगी। तो सैकुलर इन आउटलुक सी जी, तिन्ने स्टेट रिलीजन के बेस पे इत्थे बहुत घट भेदभाव हुंदा सी। ओबवियसली राजे जिहड़े मुसलमान सीगे तां कुछ ना कुछ इस्लामिक करैक्टर तो जरूर सीगा राजां दे विच, पर ओवरऑल एक सैकुलर आउटलुक सीगी। ठीक है जी, तो ये तिन्ने कॉमन पॉइंट ने सारे दे। इस बाद हुण आपां तिन्ने राज जिहड़े अलग अलग तिन्ने जिहड़े स्टेट्स इन्हां नूं स्टडी करदे हां। ठीक है जी, हुण जी पहला स्टेट जिहड़ा आपां स्टडी करना है वो हैगा जी हैदराबाद। हैदराबाद हुण मुगलों का एक इंपोर्टेंट सूबा सीगा, उन्हां दा एक इंपोर्टेंट प्रोविंस सीगा। हैदराबाद, ठीक है जी। हुण केड़ा बंदा सी इत्थे? चिनकुलिच खान। ठीक है जी, यह हुण एक नाम इहदा तुसीं पता है सुनिया पहला आपां, ये मुगलों के अंडर पहला भी 1713 तो 15 दे विच भी की सी, हैदराबाद का गवर्नर लाया गया सी। पहला इत्थे आनी है हैदराबाद का इहनूं एक्सपीरियंस सीगा। इस तो बाद इहनूं अगेन 1720 तो 22 दे विच फिर गवर्नर ऑफ हैदराबाद लाया गया। अच्छा, चिनकुलिच खान नाम हुण तुसीं मे भी घट देखिया होवे, इहदा ज्यादा पॉपुलर नाम की सीगा? इहनूं ना टाइटल मिले सीगे, की किहड़े टाइटल मिले सी? निजाम उल मुल्क। सिमिलरली एक होर टाइटल की सी इहदा? खान ई दुर्रान। ठीक है जी, तो ये टाइटल सीगे। 1720 तो 22 तक यह गवर्नर सीगा हैदराबाद का। आप पढ़िया है जेडे सैयद ब्रदर सीगे उन्होंने हराउण दे विच हटाउण दे विच इहने काफी इंपोर्टेंट रोल प्ले कीता सी। तो उस तो बाद जिहड़ा नवा मुगल एंपरर सी मुहम्मद शाह, उन्हें इहनूं की बना लिया सी आपदा वजीर। पर आप देखिया सी इहने जदों वजीर बनया
ਮੁਗਲਾਂ ਦੀ ਸਿਚੁਏਸ਼ਨ ਇੰਪਰੂਵ ਕਰਨ ਦੀ ਕਾਫੀ ਕੋਸ਼ਿਸ਼ ਕੀਤੀ, ਪਰ ਮੁਗਲ ਰਾਜਾ ਜਿਹੜਾ ਮੁਹੰਮਦ ਸ਼ਾਹ ਰੰਗੀਲਾ ਆਪਾਂ ਦੇਖਿਆ ਜ਼ਿਆਦਾ ਸੀਰੀਅਸ ਨਹੀਂ ਸੀ, ਤਾਂ ਇਹਨੇ ਵੀ ਗਿਵ ਅਪ ਕਰਤਾ ਤੇ ਇਹਨੇ ਕੀ ਸੋਚਿਆ ਵੀ ਮੁਗਲਾਂ ਦੀ ਸਿਚੁਏਸ਼ਨ ਇੰਪਰੂਵ ਨਹੀਂ ਹੋਣੀ, ਮੈਂ ਪਰ ਕੀ ਕਰਦਾ ਹੈ ਆਪਦਾ ਜਿੰਨਾ ਕੁ ਅੱਡ ਏਰੀਆ ਕੱਢ ਕੇ ਆਪਦਾ ਰਾਜ ਅਲੱਗ ਤੋਂ ਕਾਇਮ ਕਰਨ ਦੀ ਕੋਸ਼ਿਸ਼ ਕਰਨਾ। ਤਾਂ ਇਹ ਕੀ ਕਰਦਾ ਹੈ 1724 ਦੇ ਵਿੱਚ ਹੀ ਮਾਰਚਸ ਟੂ ਹੈਦਰਾਬਾਦ, हैदराबाद चला जाता चुप करके बिना मुहम्मद शाह राजे ਨੂੰ एम्परर ਨੂੰ मुगल बादशाह ਨੂੰ बिना दसे की कह के ਜਾਂਦਾ ਵੀ मैं तो जी हंटिंग ਕਰਨ ਚੱਲਿਆ ਤੇ ਪਹੁੰਚ ਜਾਂਦਾ हैदराबाद ਤੇ ਉੱਥੇ ਜਾ ਕੇ ਜਿਹੜਾ ਮੁਗਲ ਗਵਰਨਰ ਹੁੰਦਾ ਉਸ ਟਾਈਮ हैदराबाद ਦਾ ਮੁਬਾਰਕ ਖਾਂ ਉਹਨੂੰ ਇਹ ਹਰਾ ਦਿੰਦਾ ਤੇ ਆਪਦੇ ਆਪ ਨੂੰ हैदराबाद ਦਾ ਨਵਾਬ ਡਿਕਲੇਅਰ ਕਰ ਦਿੰਦਾ। ਹੁਣ ਮੁਗਲ ਐਮਪਰਰ ਨੂੰ obviously ਇਹ ਗੱਲ ਕਿੱਥੇ ਪਸੰਦ ਆਊਗੀ ਵੀ ਮੇਰੀ ਮਰਜ਼ੀ ਤੋਂ ਬਿਨਾ ਆਪ ਹੀ ਇਹ ਜਾ ਕੇ ਉੱਥੋਂ ਦਾ ਗਵਰਨਰ ਬਣ ਗਿਆ ਹੈਗਾ, ਪਰ ਅਗੇਨ ਮੁਗਲ ਐਮਪਰਰ ਤੱਕ ਇੰਨਾ ਕਮਜ਼ੋਰ ਹੋ ਗਿਆ ਸੀ ਵੀ ਉਹਦੇ ਚ ਇੰਨਾ ਪਾਵਰਫੁਲ ਨਹੀਂ ਸੀ ਵੀ ਉਹ ਇਹਦੇ ਨਾਲ ਸਿੱਧੀ ਟੱਕਰ ਲੈ ਸਕੇ। ਤਾਂ ਕੀ ਕਰਦਾ ਫਿਰ ਐਂਡ ਚ ਉਹ ਆਬਵੀਅਸਲੀ ਮਜਬੂਰੀ ਵਸ ਇਹਨੂੰ ਗਵਰਨਰ हैदराबाद ਦਾ ਮੰਨਣਾ ਹੀ ਪਿਆ, ਕਹਿੰਦਾ ਠੀਕ ਹੈ ਤੂੰ ਆਪਦੇ ਆਪ ਨੂੰ ਡਿਕਲੇਅਰ ਕੀਤਾ ਮੈਂ ਵੀ ਤੈਨੂੰ ਗਵਰਨਰ ਮੰਨਦਾ ਹੈ। ਤੇ ਨਾਲੋਂ ਨਾਲ ਉਹਨੇ ਕੀ ਕੀਤਾ ਗਵਰਨਰ ਤਾਂ ਮੰਨਿਆ ਹੀ, ਇਹਨੂੰ ਹੋਰ ਇੱਕ ਟਾਈਟਲ ਦੇਤਾ ਨਵਾਂ ਮੁਹੰਮਦ ਸ਼ਾਹ ਨੇ ਕੀ ਅਸਫ ਜਾ, ਤਾਂ ਟਾਈਟਲ ਹੀ ਹੋ ਗਿਆ ਕੰਮ, ਤਿੰਨ ਟਾਈਟਲ ਮਿਲ ਗਏ ਠੀਕ ਹੈ ਨਿਜ਼ਾਮ ਉਲ ਮੁਲਕ ਖਾਨ ਗੁਰਰਮ ਤੇ ਅਸਫ ਜਾ, ਠੀਕ ਹੈ ਜੀ। ਤਾਂ ਇਹ ਸੀਗਾ ਇਹ ਹੁਣ ਬਣ ਗਿਆ हैदराबाद ਦਾ ਗਵਰਨਰ ਤੇ ਹੌਲੀ ਹੌਲੀ ਹੁਣੇ ਕੀ ਕਰੂ ਆਪਾਂ ਦੇਖੇਗਾ ਪ੍ਰੈਕਟੀਕਲੀ ਇੰਡੀਪੈਂਡੈਂਟ ਹੋ ਜਾਊਗਾ। ਤੇ ਜਿਵੇਂ ਜਿਵੇਂ ਹੌਲੀ ਹੌਲੀ ਮੁਗਲ ਡਿਕਲਾਈਨ ਹੋਣਗੇ ਇਹ ਹੋਰ ਜ਼ਿਆਦਾ ਪਾਵਰਫੁਲ ਹੁੰਦੇ ਜਾਣਗੇ। ਹੁਣ ਇਹਨੇ ਆ ਕੇ ਕੀ ਕੀਤਾ ਇਹ ਵੀ ਆ ਕੇ ਆਪਦਾ ਏਰੀਆ ਵਧਾਉਣ ਦੀ ਕੋਸ਼ਿਸ਼ ਕਰੂਗਾ, ਪਰ ਜੀ ਇਹਦੇ ਆਂਢ ਗੁਆਂਢ ਚ ਜਿਹੜੇ ਹੋਰ ਸਟੇਟ ਸੀਗੇ ਉਹਨਾਂ ਨਾਲ ਇਹਦੀ ਜ਼ਿਆਦਾ ਬਣਦੀ ਨਹੀਂ ਸੀਗੀ। ਕਿਹੜੇ ਕਿਹੜੇ ਸੀ ਇਹਦੇ ਆਂਢ ਗੁਆਂਢ ਚ, ਇੱਕ ਤਾਂ ਸੀਗੇ ਜੀ ਮਰਾਠੇ ਤੇ ਇੱਕ ਮੇਨ ਸੀਗਾ ਮੈਸੂਰ, ਅੱਗੇ ਦੇਖਾਂਗੇ। ਤਾਂ ਉਹਨਾਂ ਨਾਲ ਇਹਦੀ ਕਾਫੀ ਲੜਾਈਆਂ ਜਿਹੜੀਆਂ ਹੋਈਆਂ ਸੀਗੀਆਂ। ਇਨਫੈਕਟ ਮਰਾਠਿਆਂ ਨੇ ਇਹਨੂੰ ਹਰਾਇਆ ਵੀ ਕਾਫੀ ਵਾਰੀ, ਜਿਵੇਂ ਕਿ ਬੈਟਲ ਆਫ ਪਾਲਖੇਡ ਦੇ ਵਿੱਚ 1728 ਦੇ ਵਿੱਚ ਇਹਨੂੰ ਹਰਾਇਆ। ਸਿਮਿਲਰਲੀ ਬੈਟਲ ਆਫ ਗੋਪਾਲਪੁਰੀ ਉਹਦੇ ਵਿੱਚ ਵੀ ਇਹਨੂੰ ਹਰਾਇਆ। ਤਾਂ ਐਵੇਂ ਕਰਕੇ ਮਰਾਠਿਆਂ ਦੇ ਖਿਲਾਫ ਇਹਨੇ ਕਾਫੀ ਜ਼ਿਆਦਾ ਰਿਵਰਸਸ ਸੀ ਜਾਂ ਸੈਟਬੈਕ ਸੀ ਜਿਹੜੇ ਫੇਸ ਕੀਤੇ ਸੀਗੇ। ਅੱਛਾ ਇਹ ਹੁਣ 1722 ਚ ਬਣਿਆ ਸੀਗਾ ਨਵਾਬ ਤੇ ਇਹ ਕਦੋਂ ਤੱਕ ਰਿਹਾ 1748 ਤੱਕ। ਤੇ ਇਸੇ ਟਾਈਮ ਦੇ ਦੌਰਾਨ ਆਪਾਂ ਨੂੰ ਪਤਾ ਹੈ 1739 ਦੇ ਵਿੱਚ ਕੀ ਹੋਇਆ ਸੀ ਨਾਦਰ ਸ਼ਾਹ ਦਾ ਅਟੈਕ। ਤੇ ਇਸ ਟਾਈਮ ਦੌਰਾਨ ਇਹ ਵੀ ਕਿਹਾ ਜਾਂਦਾ ਹੈ ਵੀ ਜਦੋਂ ਮੁਹੰਮਦ ਸ਼ਾਹ ਹਾਰ ਗਿਆ ਸੀ, ਮੁਗਲ ਬਾਦਸ਼ਾਹ ਹਾਰ ਗਿਆ ਸੀ, ਇਹਨੇ ਇੱਕ ਤਰੀਕੇ ਦਾ ਪੀਸ ਮੇਕਰ ਦਾ ਰੋਲ ਪਲੇ ਕੀਤਾ ਸੀਗਾ। ਯਾਨੀ ਕਿ ਇਹਨੇ ਮੁਗਲ ਬਾਦਸ਼ਾਹ ਤੇ ਨਾਦਰ ਸ਼ਾਹ ਦੇ ਵਿੱਚ ਇੱਕ ਤਰੀਕੇ ਦੀ ਸ਼ਾਂਤੀ ਜਾਂ ਪੀਸ ਐਸਟੈਬਲਿਸ਼ ਕੀਤਾ ਸੀ, ਸਮਝੌਤਾ ਉਹਨਾਂ ਦਾ ਕਰਾਇਆ ਸੀ। ਇਸੇ ਚੀਜ਼ ਤੋਂ ਖੁਸ਼ ਹੋ ਕੇ ਨਾਦਰ ਸ਼ਾਹ ਦੇ ਜਾਣ ਤੋਂ ਬਾਅਦ ਚ ਜਿਹੜਾ ਮੁਗਲ ਬਾਦਸ਼ਾਹ ਇਹਨੇ ਇਹਨੂੰ ਕਿਹੜੀ ਪੋਸਟ ਦਿੱਤੀ ਸੀ ਅਸਫ ਜਾਹ ਨੂੰ, ਪੋਸਟ ਆਫ ਮੀਰ ਬਖਸ਼ੀ। ਆਪਾਂ ਦੇਖੀਏ ਪੋਸਟ ਇੱਕ ਤਰੀਕੇ ਦਾ ਫੌਜ ਦਾ ਕਮਾਂਡਰ ਹੁੰਦਾ, ਉਹਨੇ ਇਹਨੂੰ ਇਹ ਲਾਤਾ ਸੀਗਾ, ਠੀਕ ਹੈ ਜੀ। ਤਾਂ ਇਹ ਚੀਜ਼ ਸੀਗੀ। ਚਲੋ ਇਸ ਤੋਂ ਬਾਅਦ 1748 ਦੇ ਵਿੱਚ ਇਹਦੀ ਫਾਈਨਲੀ ਡੈਥ ਹੋ ਜਾਂਦੀ ਹੈ। ਹੁਣ ਜਦੋਂ ਤੱਕ ਤਾਂ ਇਹ ਰਿਹਾ ਜੀ ਉਦੋਂ ਤੱਕ ਤਾਂ ਇਹਨੇ ਫਿਰ ਵੀ हैदराबाद ਦੇ ਵਿੱਚ ਕਾਫੀ ਪੀਸ ਐਂਡ ਸਟੇਬਿਲਿਟੀ ਮੇਨਟੇਨ ਕਰਕੇ ਰੱਖੀ, ਪਰ ਜਦੋਂ ਇਹਦੀ ਡੈਥ ਹੁੰਦੀ ਹੈ ਉਸ ਤੋਂ ਬਾਅਦ ਫਿਰ ਉਹੀ ਰੌਲੇ ਜਿਹੜੇ ਮੁਗਲਾਂ ਦੇ ਵਿੱਚ ਚੱਲ ਰਹੇ ਸੀ ਉਹੀ ਇੱਥੇ ਚੱਲਦੇ ਕਿ ਸਕਸੈਸ਼ਨ ਵਾਰਸ ਚੱਲਦੀਆਂ। ਅੱਗੇ ਜਿਹੜੇ ਇਹਨਾਂ ਦੇ ਉੱਤਰਾਧਿਕਾਰੀ ਸੀਗੇ ਉਹ ਆਪਸ ਚ ਲੜਦੇ ਹੈਗੇ। ਹੁਣ ਜਦੋਂ ਇਹ ਆਪਸ ਚ ਲੜਦੇ ਆ ਤਾਂ ਉਹੀ ਗੱਲ ਜਿਵੇਂ ਬਿੱਲੀਆਂ ਦੀ ਲੜਾਈ ਚ ਬਾਂਦਰ ਪੈਦਾ ਆ ਜਾਂਦੇ ਆ, ਇਹਨਾਂ ਦੇ ਉੱਤਰਾਧਿਕਾਰੀ ਜਦੋਂ ਲੜ ਰਹੇ ਹੁੰਦੇ ਆ ਉਹਦੇ ਵਿੱਚ ਬਾਂਦਰ ਦਾ ਰੋਲ ਪਲੇ ਕੌਣ ਕਰਦਾ ਹੈ, ਉਹ ਰੋਲ ਪਲੇ ਕਰਦਾ ਹੈ ਜੀ ਬ੍ਰਿਟਿਸ਼ ਤੇ ਫ੍ਰੈਂਚ
ट्रेडिंग कंपनीज। तो ब्रिटिश ते फ्रेंच ट्रेडिंग कंपनीज इन्हां लड़ाइयां दे विच काफी इंपोर्टेंट रोल प्ले करदियां ते आप दा फायदा करदियां ने। इन्हां बारे डिटेल च आपां सारा कुछ अगे पढ़ांगे। बस एक बार आपां जे समझ भी हाँ हैदराबाद स्टेट सीगा एक इंपोर्टेंट पावर है जिहड़ी उस टाइम दी सीगी, ठीक है जी। तो उदों इहदी डेथ तो बाद प्रॉब्लम होनी है जिहड़ी शुरू हो जाती है। अच्छा, इस तो बाद असम जाण तो बाद नैक्सट नवाब हुण कौन बनदा हैगा? इस तो बाद बनदा है जी नसीर जंग, ठीक है जी। यह सीगा इहदा सन। वो बनदा हैगा अगला नवाब। ते उदों बाद अगला किहड़ा बनदा है? मुजफ्फर जंग। मुजफ्फर जंग कौन सी? एदा ग्रैंडसन, ठीक है। बेसिकली यदि कुड़ी का मुंडा हुंदा हैगा, ठीक है। तो अगला वो बनदा हैगा। तो आप अगे दोबारा इत्थे आवांगे इन्हां बंदियां ते भी किवें इन्हां दा भी आपस च कन्फ्लिक्ट हुंदा है ते किवें ब्रिटिश ते फ्रेंच जिहड़ियां ट्रेडिंग कंपनियां ने वो इन्हां दी लड़ाई का फायदा चकदियां ने, ठीक है जी। एक इंपॉर्टेंट चीज इत्थे जिहड़ी होर याद रखनी है वो है जी करनाटक रीजन। करनाटक की सी हुण? करनाटक भी हुण मुगलों के अंडर एक सूबा ही सीगा, पर हुण इहनूं कंट्रोल कौन कर रहा सी? इट वॉज अंडर कंट्रोल ऑफ निजाम ऑफ हैदराबाद। पर अगेन जिवें हैदराबाद वाला निजाम मुगलों के अंडर सी पर वैसे एक तरीके का इंडिपेंडेंट सी, उवें ही करनाटक भी हुण वैसे तो कहण नूं हैदराबाद वाले निजाम के अंडर सी पर यह भी एक तरीके का इंडिपेंडेंट वांगू ही काम करता सी। तो फिर भी जिहड़ा हैदराबाद वाला निजाम है जब तक असम जहा सीगा उहने तो इन्हां ते काफी कंट्रोल बना के रखिया, पर इहदे जाण तो बाद आपां देखांगे इत्थे भी काफी ज्यादा डिस्प्यूट रहिंदा हैगा। नवाब है जिहड़े सक्सैशन दे लई इत्थे भी काफी ज्यादा रौला रहिंदा हैगा ते हैदराबाद ते करनाटक ये सारे दे विच जदों सारा घमासान चल रहा हो आपां अगे पढ़ांगे सारा करनाटक वॉर्स दे विच ਉਹਦੇ ਵਿੱਚ ਹੀ ਬ੍ਰਿਟਿਸ਼ ਤੇ ਫ੍ਰੈਂਚ ਵਾਲੇ ਵੀ ਆ ਕੇ ਆਪਦੀ ਲੱਤ ਉਡਾਉਣਗੇ ਤੇ ਉਹ ਵਿੱਚ ਆਪ ਦਾ ਫਾਇਦਾ ਕਰਨਗੇ, ਠੀਕ ਹੈ ਜੀ। ਤਾਂ ਕਰਨਾਟਕ ਦਾ ਨਵਾਬ ਕੌਣ ਸੀ? ਸਿਰਫ ਇੰਨਾ ਕੁ ਯਾਦ ਕਰਨਾ ਆਪਾਂ ਇੱਕ ਵਾਰੀ, ਨਵਾਬ ਸਦਤੁੱਲਾ ਖਾਨ। ਤੇ ਇਹਦੇ ਜਾਣ ਤੋਂ ਬਾਅਦ ਚ ਕੌਣ ਬਣਿਆ ਨੈਕਸਟ ਨਵਾਬ? ਦੋਸਤ ਅਲੀ, ठीक है जी। यह सदतुल्ला खान का नैफ्यू सीगा। अगे चल के ये नाम आप देखांगे जो आप करनाटक वार्स पढ़ांगे उन्होंने नाम है जोड़े दोबारा आउणगे, ठीक है जी। तो यह सीगा हैदराबाद स्टेट। अगे आप देखांगे जो अगे हौली हौली देखांगे ब्रिटिश काबज हो जाएंगे। इंडिया की हिस्टरी के हैदराबाद स्टेट काफी इंपोर्टेंट रोल प्ले करता है। इनफैक्ट थोड़ा पता हो थोड़ा बहुत आइडिया होगा जो इंडिया आजाद होंगे तो हैदराबाद एक मेन स्टेट सीगा जिहड़ा पहला इंडिया दे विच आउणा नहीं सी चाहुंदा गा, बट फिर भी इंडिया ने किसी तरीके नाल हैदराबाद नूं आपदे अंडर कर लिया सीगा। हैदराबाद एक तरीके दा उदों जिन्नियां भी रियासतां सी सब तो वड्डी रियासत सीगी इंडिया च। हैदराबाद दे नवाब दुनिया के सब तो अमीर लोगों च आउंदे सी। इनफैक्ट जिहड़ा लास्ट नवाब सीगा हैदराबाद दा आजादी तक उस्मान अली ਉਹ दुनिया का सब तो अमीर बंदा मन्निया जाता सीगा। इन्ना अमीर सी कि कहा जाता है अगे जैकोबी डायमंड सी एक ਉਹਦੇ ਕੋਲੇ 185 कैरेट का ਉਹਨੂੰ ਉਹ एज अ पेपर वेट यूज करता सी। ਇੰਨੀ माया सीगी ਉਹਦੇ ਕੋਲੇ भी ਉਹ चीज की कोई ਇੰਨੀ कदर सी भी हाँ ज्यादा नहीं है लोड़ मैं तो पेपर वेट बना के काम करूंगा, ठीक है जी। तो यह भी कहा जाता है जो इंडिया इंडिपेंडेंट हो गया 1965 की लड़ाई लड़ी हैगी उदों उस लड़ाई के फंड के कहते हैं बहुत ज्यादा सोना भी डोनेट किया सीगा। तो बहुत कहने का मतलब रिच स्टेट सीगा इंडिया का। इनफैक्ट सब तो रिच रियासत सीगी इंडिया की, ठीक है जी। तो यह सीगा हैदराबाद।
ਅਵਧ ਹੁਣ ਦੇਖਦੇ ਜੀ ਆਪਾਂ। ਅਵਧ ਦਾ ਏਰੀਆ ਹੁਣ ਬੇਸਿਕਲੀ ਤੁਸੀਂ ਅੱਜ ਦੇ ਟਾਈਮ ਦੇ ਵਿੱਚ ਯੂਪੀ ਨਾਲ ਐਸੋਸੀਏਟ ਕਰ ਸਕਦੇ ਹੋ। ਠੀਕ ਹੈ ਜੀ। ਅਵਧ ਕਈ ਬੁੱਕਸ ਦੇ ਵਿੱਚ ਤੁਹਾਨੂੰ ਅਉਧ ਲਿਖਿਆ ਵੀ ਮਿਲੂਗਾ। ਹੁਣ ਇਹ ਵੀ ਕੀ ਹੈ, ਮੁਗਲਾਂ ਦਾ ਇੱਕ ਪ੍ਰੋਵਿੰਸ ਸੀਗਾ। ਇੱਥੇ ਕਿਹੜਾ ਸੀ ਜੀ ਬੰਦਾ, ਇੱਥੋਂ ਦਾ ਗਵਰਨਰ ਕੌਣ ਸੀ? 1722 ਦੇ ਵਿੱਚ ਲਾਇਆ ਗਿਆ ਸੀ। ਕਿਹਨੂੰ? ਸਦਤ ਖਾਨ। ਕੀ ਟਾਈਟਲ ਕੀ ਸੀ ਇਹਦਾ? ਬੁਰਹਾਨ ਉਲ ਮੁਲਕ। ਠੀਕ ਹੈ ਜੀ। ਇਹ ਹੁਣ ਇੱਕ ਸ਼ੀਆ ਨੋਬਲ ਸੀਗਾ, ਯਾਨੀ ਕਿ ਪਰਸ਼ੀਅਨ ਜਾਂ ਇਰਾਨੀ ਨੋਬਲ ਸੀਗਾ। ਇਹਨੇ ਵੀ ਸੈयद ਬ੍ਰਦਰਸ ਨੂੰ ਹਟਾਉਣ ਦੇ ਵਿੱਚ ਕਾਫੀ ਇੰਪੋਰਟੈਂਟ ਰੋਲ ਹੈ ਪਲੇ ਕੀਤਾ ਸੀਗਾ। ਤਾਂ 1722 ਦੇ ਵਿੱਚ ਇਹਨੂੰ ਕੀ ਲਾਇਆ ਜਾਂਦਾ ਹੈਗਾ? ਗਵਰਨਰ ਆਫ ਅਵਧ। ਤੇ ਇਹ ਵੀ ਹੁਣ ਬਾਕੀ ਜਿਹੜਾ ਹੈਦਰਾਬਾਦ ਆਪਾਂ ਦੇਖਿਆ ਤਾਂ ਕਿ ਬੰਗਾਲ ਦੇਖਾਂਗੇ, ਉਹਨਾਂ ਦੇ ਨਵਾਬਾਂ ਦੀ ਤਰ੍ਹਾਂ ਹੌਲੀ ਹੌਲੀ ਇੱਕ ਤਰੀਕੇ ਦਾ ਇੰਡੀਪੈਂਡੈਂਟ ਨਵਾਬ ਹੀ ਬਣ ਜੂਗਾ। ਇੰਡੀਪੈਂਡੈਂਟ ਹੁਣ ਆਪਾਂ ਇਹ ਵੀ ਦੇਖਿਆ, ਜਿਹੜੇ ਇਹ ਵੈਸੇ ਤਾਂ ਜਿਹੜੇ ਗਵਰਨਰ ਦੀਆਂ ਪੋਸਟਾਂ ਸੀ ਇਹ ਮੁਗਲ ਰਾਜੇ ਆਪਦੀ ਮਰਜ਼ੀ ਨਾਲ ਲਾਉਂਦੇ ਸੀ। ਕਿਸੇ ਨੂੰ ਵੀ ਅਪਾਇੰਟ ਕਰ ਸਕਦੇ ਸੀ ਤੇ ਕਿਸੇ ਨੂੰ ਵੀ ਹਟਾ ਕੇ ਵੀ ਜਗ੍ਹਾ ਤੇ ਹੋਰ ਬੰਦਾ ਲਾਇਆ ਜਾ ਸਕਦਾ ਸੀ। ਪਰ ਹੁਣ ਜਦੋਂ ਆਪਾਂ ਇਹ ਕਹਿੰਦੇ ਨੇ ਇੱਕ ਤਰੀਕੇ ਦੇ ਇੰਡੀਪੈਂਡੈਂਟ ਬਣ ਗਏ ਸਾਰੇ ਨਵਾਬ, ਇਹਦਾ ਮਤਲਬ ਇਹਨਾਂ ਨੇ ਆਪਦੀ ਇਹ ਗਵਰਨਰਸ਼ਿਪ ਆਪਦੀਆਂ ਪੋਸਟਾਂ ਹੈਰੀਡੇਟਰੀ ਬਣਾ ਲਈਆਂ, ਜੱਦੀ ਬਣਾ ਲਈਆਂ। ਯਾਨੀ ਕਿ ਇਸ ਤੋਂ ਬਾਅਦ ਇਹਨਾਂ ਦਾ ਹੀ ਮੁੰਡਾ ਜਾਂ ਕੋਈ ਹੋਰ ਰਿਸ਼ਤੇਦਾਰ ਹੀ ਅਗਲਾ ਨਵਾਬ ਬਣੂਗਾ। ਜਿਵੇਂ ਕਿ ਆਪਾਂ ਪਹਿਲਾਂ ਵੀ ਦੇਖਿਆ, ਅਸਫਜ਼ਾਦੇ ਕੇਸ ਤੇ ਨਸੀਰ ਜੰਗ ਬਣਿਆ, ਫਿਰ ਮੁਜ਼ੱਫਰ ਜੰਗ ਬਣਿਆ, ਉਹ ਉਹਨਾਂ ਦੇ ਸੀਗੇ, ਆਪਦੇ ਉਹਦੀ ਫੈਮਿਲੀ ਚੋਂ ਹੀ ਸੀਗੇ ਬੰਦੇ। ਐਵੇਂ ਹੀ ਇਹਦੇ ਕੇਸ ਦੇ ਵਿੱਚ ਹੋਊਗਾ। ਠੀਕ ਹੈ ਜੀ। ਹੁਣ ਗਵਰਨਰ ਆਫ ਅਵਧ ਬਣ ਗਿਆ ਤੇ ਇਹ ਇੱਕ ਤਰੀਕੇ ਦਾ ਐਜ਼ ਇੰਡੀਪੈਂਡੈਂਟ ਕੰਮ ਕਰਨ ਲੱਗ ਗਿਆ। ਇਹਦੀ ਜੀ ਡੈਥ ਹੋ ਗਈ 1739 ਚ, ਯਾਨੀ ਕਿ ਕਦੋਂ ਤੋਂ ਕਦੋਂ ਤੱਕ ਰਿਹਾ? 1722 ਤੋਂ 1739 ਤੱਕ। ਡੈਥ ਵੀ ਕਿਵੇਂ ਹੋਈ? ਜਦੋਂ ਨਾਦਰ ਸ਼ਾਹ ਦਾ ਅਟੈਕ ਹੁੰਦਾ ਹੈ ਉਦੋਂ ਆਪਾਂ ਦੇਖਿਆ ਅਸਫਜਾਹ ਨੂੰ, ਬਾਅਦ ਚ ਅਸਫਜਾਹ ਪੀਸਮੇਕਰ ਦਾ ਰੋਲ ਪਲੇ ਕਰਦਾ ਹੈ ਤੇ ਮੁਗਲ ਬਾਦਸ਼ਾਹ ਨੂੰ ਕੀ ਬਣਾਉਂਦਾ? ਮੀਰ ਬਖਸ਼ੀ। ਅੱਛਾ, ਇਹ ਕੀ ਚਾਹੁੰਦਾ ਸੀ ਵੀ ਮੀਰ ਬਖਸ਼ੀ ਮੈਂ ਬਣਾ, ਪਰ ਜਦੋਂ ਇਹਨੂੰ ਨਹੀਂ ਬਣਾਇਆ ਜਾਂਦਾ ਤਾਂ ਇਹਨੂੰ ਬੜੀ ਡਿਸਅਪਾਇੰਟਮੈਂਟ ਹੁੰਦੀ ਹੈ, ਗੁੱਸਾ ਵੀ ਹੁੰਦਾ ਹੈ। ਇਹ ਕੀ ਕਰਦਾ ਜੀ? ਕਹਿੰਦਾ ਮੈਂ ਮੁਗਲ ਰਾਜੇ ਦਾ ਬਦਲਾ ਲੈਣਾ। ਇਹ ਫਿਰ ਕੀ ਕਰਦਾ ਹੈ? ਕਿਹਾ ਜਾਂਦਾ ਨਾਦਰ ਸ਼ਾਹ ਤਾਂ ਦੇਖੋ ਕਰਨਾਲ ਦੀ ਲੜਾਈ ਜਿੱਤ ਕੇ ਇੱਥੋਂ ਵਾਪਸ ਮੁੜਨ ਲੱਗਿਆ ਸੀ, ਪਰ ਇਹ ਕੀ ਕਹਿੰਦਾ? ਨਾਦਰ ਸ਼ਾਹ ਨੂੰ ਕਹਿੰਦੇ ਇਹ ਮਿਲਿਆ, ਉਹਦੇ ਨਾਲ ਮੀਟਿੰਗ ਰੱਖੀ ਤੇ ਉਹਨੂੰ ਕਹਿੰਦਾ ਵੀ ਯਾਰ ਤੂੰ ਦਿੱਲੀ ਤੇ ਅਟੈਕ ਕਰ, ਤੇ ਦਿੱਲੀ ਜੇ ਤੂੰ ਆਏਗਾ ਨਾ ਮੈਂ ਤੈਨੂੰ ਪ੍ਰੋਮਿਸ ਕਰਦਾ ਤੈਨੂੰ ਘੱਟੋ ਘੱਟ 20 ਕਰੋੜ ਰੁਪਇਆ ਮਿਲੂ। ਯਾਨੀ ਕਿ 20 ਕਰੋੜ ਦੀ ਪ੍ਰਾਪਰਟੀ ਹੈ ਜਿਹੜੀ ਆ, ਪ੍ਰਾਪਰਟੀ ਨਹੀਂ ਆਪਾਂ ਕਹਿ ਸਕਦੇ, 20 ਕਰੋੜ ਦਾ ਵੀ ਉੱਥੇ ਹੀਰੇ ਜਵਾਹਰਾਤ ਸੋਨੇ ਜਾਂ ਹੋਰ ਚੀਜ਼ਾਂ ਤੂੰ ਘੱਟੋ ਘੱਟ ਉੱਥੇ ਲੁੱਟ ਕੇ ਲਿਆ ਸਕਦਾ ਹੈ। ਆਬਵੀਅਸਲੀ ਮੁਗਲ ਰਾਜੇ ਨੇ ਖਾਰ ਖਾਂਦਾ ਸੀ, ਗੁੱਸਾ ਸੀਗਾ, ਉਹਨੂੰ ਤਾਂ ਇਹ ਜਿਹਾ ਪ੍ਰੋਮਿਸ ਹੀ ਕਰ ਦਿੰਦਾ। ਤਾਂ ਕਿਹਾ ਜਾਂਦਾ ਇਹਦੇ ਕਹਿਣ ਤੇ ਹੀ ਵੀ ਨਾਦਰ ਸ਼ਾਹ ਕਰਨਾਲ ਤੋਂ ਦਿੱਲੀ ਆਉਂਦਾ, ਉੱਥੇ ਆ ਕੇ ਉਹ ਅਟੈਕ ਕਰਦਾ ਹੈ ਤੇ ਦਿੱਲੀ ਜਦੋਂ ਰਹਿੰਦਾ ਹੈਗਾ 20 ਕਰੋੜ ਨਾਦਰ ਸ਼ਾਹ ਤੋਂ ਇਕੱਠਾ ਨਹੀਂ ਹੁੰਦਾ। ਤੇ ਫਾਈਨਲੀ ਨਾਦਰ ਸ਼ਾਹ ਫਿਰ ਆਬਵੀਅਸਲੀ ਇਹਦੀ ਗਿੱਚੀ ਫੜਦਾ ਤੇ ਕਹਿੰਦਾ ਕਿ ਤੂੰ 20 ਕਰੋੜ ਪ੍ਰੋਮਿਸ ਕੀਤਾ ਸੀ ਤੇ ਹੁਣ ਮੈਨੂੰ 20 ਕਰੋੜ ਜਿੰਨਾ ਮਰਜ਼ੀ ਇਕੱਠਾ ਕਰਕੇ ਦੇ। ਤਾਂ ਇਹ ਚੀਜ਼ ਤੇ ਬੜੀ ਹਿਊਮਿਲੇਸ਼ਨ ਹੁੰਦੀ ਹੈ, ਕਿੱਥੋਂ ਦੇ ਇਕੱਠਾ ਕਰਕੇ ਨਹੀਂ ਦੇ ਸਕਦਾ। ਉਹਦੇ ਚੱਲਦੇ 1739 ਦੇ ਵਿੱਚ ਇਹ ਕੀ ਕਰ ਜਾਂਦਾ ਹੈ? ਸੁਸਾਈਡ ਕਰ ਜਾਂਦਾ ਹੈ। ਠੀਕ ਹੈ ਜੀ। ਤਾਂ ਇਹਦਾ ਹੋ ਗਿਆ ਇੱਥੇ ਐਂਡ। ਇਸ ਤੋਂ ਬਾਅਦ ਜੀ 1739 ਤੋਂ ਲੈ ਕੇ 1754 ਤੱਕ ਅਗਲਾ ਨਵਾਬ ਕੌਣ ਬਣਦਾ ਹੈ? ਸਫਦਰਜੰਗ। ਇਹਦਾ ਕੀ ਹੁੰਦਾ? ਉਹ ਸਨ ਇਨ ਲੋ। ਠੀਕ ਹੈ ਜੀ। ਉਹ ਬਣਦਾ ਹੈਗਾ ਨੈਕਸਟ ਨਵਾਬ। ਤੇ ਸਫਦਰਜੰਗ ਜੀ ਜਦੋਂ ਸਫਦਰਜੰਗ ਨਵਾਬ ਬਣਦਾ ਹੈ ਇਹਦੇ ਟਾਈਮ ਦੌਰਾਨ ਹੀ ਮੁਗਲ ਰਾਜਾ ਹੁਣ ਅਵਧ ਤਾਂ ਇਹਨਾਂ ਦੇ ਅੰਡਰ ਹੁੰਦਾ ਹੀ ਹੈ, ਹੋਰ ਕੀ ਦੇਣ ਇਹਨੂੰ? ਪ੍ਰੋਵਿੰਸ ਆਫ ਅਲਾਹਾਬਾਦ। ਅਲਾਹਾਬਾਦ ਦਾ ਸੂਬਾ ਵੀ ਉਹਨੂੰ ਦੇਣ ਦੇ ਵਿੱਚ ਚੱਕ ਤੂੰ ਇਹ ਵੀ ਸਾਂਭ। ਤਾਂ ਹੁਣ ਅਵਧ ਦੇ ਨਵਾਬ ਦੇ ਕੰਟਰੋਲ 'ਚ ਜਿਹੜਾ ਏਰੀਆ ਸੀ ਉਹ ਇਨਕਰੀਜ਼ ਹੋ ਗਿਆ। ਠੀਕ ਹੈ ਜੀ। ਇੱਕ ਹੋਰ ਇੰਪੋਰਟੈਂਟ ਚੀਜ਼ ਜਿਹੜੀ ਹੁੰਦੀ ਹੈ 1748 ਦੇ ਵਿੱਚ ਸਫਦਰਜੰਗ ਇਹਦਾ ਜਿਹੜਾ ਉਹਨੂੰ ਕੀ ਲਾਇਆ ਜਾਂਦਾ ਹੈ? ਮੁਗਲ ਬਾਦਸ਼ਾਹ ਨੂੰ ਆਪਦਾ ਵਜ਼ੀਰ ਲਾ ਲੈਂਦਾ ਹੈ। ਠੀਕ ਹੈ ਜੀ। ਤਾਂ ਹੁਣ ਇਹ ਦੇਖੋ ਵਜ਼ੀਰ ਵੀ ਬਣ ਗਿਆ ਤੇ ਨਵਾਬ ਪਹਿਲਾਂ ਵੀ ਇਹ ਸੀਗਾ, ਤਾਂ ਹੁਣ ਇਹਨੂੰ ਕੀ ਕਿਹਾ ਜਾਣ ਲੱਗ ਗਿਆ? ਨਵਾਬ ਵਜ਼ੀਰ। ਇਨਫੈਕਟ ਸਫਦਰਜੰਗ ਤੇ ਉਦੋਂ ਅੱਗੇ ਜਿੰਨੇ ਇਹਨਾਂ ਦੇ ਹੋਰ ਅਵਧ ਦੇ ਨਵਾਬ ਹੁੰਦੇ ਆ
ਉਹਨਾਂ ਸਾਰਿਆਂ ਨੂੰ नवाब वजीर के टाइटल के नाल भी जानिया जाता सीगा। ठीक है जी, तो यह सीगा सफ्तर जंग। इस बाद अगे नैक्सट किहड़ा बनता है 1754 तो लैके 1775 तक किहड़ा बनता है जी शुजाउद्दौला। ठीक है जी, यह बनता है नैक्सट नवाब। ठीक है जी, यह होना दो इंपोर्टेंट चीजा होंगी अंदर। पहली केड़ी होंगी है 1761 दे विच थर्ड बैटल ऑफ पानीपत। अहमद शाह अब्दाली ते मराठियां दे विच मेनली लड़ाई होंगी है ते यह हजे इस टाइम तक काफी पावरफुल सीगा शुजाउद्दौला अवध दा नवाब। मराठे भी इहनूं कहंदे तू यार साडी साइड तो लड़ ते अब्दाली भी कहंदा साडी साइड तो लड़ ते यह फाइनली अब्दाली की साइड तो मराठियां के खिलाफ लड़ता है। वो की कारण सी उन्हें क्यों वो मराठियां नाल नहीं लड़िया अब्दाली नाल लड़िया अब्दाली की साइड तो लड़िया वो सब आप अगे फर्दर देखांगे। ठीक है जी, सिमिलरली 1764 दे विच की हुंदी है जी बैटल ऑफ बक्सर। ਇਹਦੇ ਬਾਰੇ भी आप थोड़ा जिहा पढ़िया सीगा मुगलों की क्रोनोलॉजी के दौरान, बट अगेन आप डिटेल च अगे चल के पढ़ांगे। ठीक है जी, तो यही सीगे मेन अवध दे नवाब। ठीक है, जिन्हां बारे आप अगे चल के भी दोबारा पढ़ांगे। हुण इन्हां दी इंपोर्टेंट कंट्रीब्यूशन की रही हैगी इन्हां ने जी हौली हौली, क्योंकि हुण ये हौली हौली एक तरीके से इंडिपेंडेंट बन गए सी नवाब। इन्हां दी एक इंपोर्टेंट कंट्रीब्यूशन जिहड़ी रही है वो ये रही है भी इन्होंने अवध दे विच एक डिस्टिंक्ट अवधी कल्चर है जिहड़ा डिवेलप किया। अवधी कल्चर की सी अवधी कल्चर का मतलब। हुण यह कल्चर दे विच जे आपां देखीए तुसीं देखो सब तो पहली गल इन्होंने एक तरीके का सिंक्रैटिक कल्चर डिवेलप किया। सिंक्रैटिक का मतलब की हुंदा है, हुण ये आप तो सीगे मुसलमान वो भी शिया, पर जिथे रूल कर रहे सी जिहड़े लोकां ते उत्थे मेजोरिटी कौन सीगे हिंदू। तो इन्होंने आप देखे कोई भेदभाव किसी नवाब ने भी नहीं किया हिंदू मुसलमानों के। इनफैक्ट इन्होंने की किया जिहड़े हिंदुओं का रिलीजन सी उन्होंने फैसटिवल सी उन्होंने काफी ज्यादा प्रमोट किया। तो इन्होंने अंडर इंपोर्टेंट हिंदू फैसटिवल यानी कि दिवाली हो गया, ठीक है, दशहरा हो गया, ये सारा कुछ बड़े ऑफिशियली काफी सपोर्ट इन्होंने चीजों को मिलती सी। इनफैक्ट ये कहा भी जाता है कि रामलीला जी यूपी के कहते इन्होंने भी शुरू कराई सी, इन्होंने टाइम के दौरान ही शुरू हुई सी। सिमिलरली हुण तो देखो हिंदू एलीमेंट आ गया अवधी कल्चर के। सिमिलरली इस्लामिक एलीमेंट तो ऑब्वियसली होंगे। अच्छा, क्योंकि ये शिया सीगे ईरानी नोबल सीगे तो ईरान वाले फेस्टिवल जिवें कि नवरोज वो भी हुण काफी ज्यादा अवध दे विच मनाया जान लग गया। तो एक इहो जिहा कल्चर डिवेलप होया जिहदे विच हिंदू ते इस्लाम दोनों के एलीमेंट मिलते हैं। तो सिंक्रेटिक का मतलब की होंदा है जिहदे विच आपां नूं अलग अलग तरह के एलीमेंट देखण नूं मिलण। तो इनफैक्ट हौली हौली आपां ये भी देखांगे इन्हां दे विच इन्हां दे अंडर जिहड़े लोग सीगे उत्थे हिंदू सीगे जिहड़े वो पर्शियन सिखदे सीगे, क्योंकि पर्शियन ऑफिशियल लैंग्वेज सीगी, उहदी लोड़ पैंदी सीगी, जिहड़े भी ऑफिशियल काम होंदे सी पर्शियन च हुंदे सी, तां हिंदू पर्शियन सिखदे सी। ते जिहड़े मुसलमान सी इनफैक्ट कई मुसलमान कवि इहो जिहे होए जिन्हां ने अवधी या लोकल लैंग्वेज दे विच लिखिया हैगा। ठीक है जी, तां इह हुंदा सिंक्रेटिक दा मतलब। एक पॉपुलर फोक सॉन्ग बनिया जिहदे विच की कहा जांदा है या अल्लाह मेरे भैया को दीजो नंदलाल। यह हुण सिंक्रेटिसिज्म का एग्जाम्पल है। अल्लाह नूं फरियाद की जा रही है काहदे लई भी एक मुंडा दिता जाए किहदे वर्गा कृष्ण जी वर्गा। ये सिंक्रेटिक की एग्जाम्पल हैगी। तो यह चीज़ां यह कल्चर है जिहड़ा एक अवध दा इन्हां नवाबां दे अंडर डिवेलप होया। सिमिलरली जे आपां गल करिए अवधी कुजीन एक
डिस्ट्रिक्ट कुजीन मुगलों की कुजीन तो अलग, जिहदे विच लोकल एलीमेंट भी सी ते पर्शियन ते मुगल इन्फ्लुएंस भी सी, वो डिवेलप होया। सिमिलरली आर्कीटैक्चर दे विच इन्होंने हुण काफी सारिया बिल्डिंग्स बनाईया, जिन्हों का स्टाइल है जिहड़ा मुगलों दी बिल्डिंगां दे स्टाइल तो काफी अलग सीगा। जिवें कि लखनऊ दे विच छोटा ते बड़ा इमामबाड़ा, ठीक है जी। सिमिलरली रूमी दरवाजा, तो इस तरीके नाल इन्हां दी काफी इंपॉर्टेंट कंट्रीब्यूशन एक लोकल कल्चर को डिवेलप करने रही है जी, ठीक है जी। तो ये सीगे अवध के नवाब। ये सारा कुछ अगे रिपीट होना जी, हौली हौली सारे नाम जिन्हें देखे हैं अगे आउणगे, दोबारा आउणगे, हजे आप सिर्फ एक इंट्रोडक्शन ही ले रहे हैं, ठीक है जी। अगला जी जो तीजा सक्सैशर स्टेट है आप देखांगे वो हैगा जी बंगाल। ते एक तरीके ना सब तो इंपॉर्टेंट इस करके क्योंकि सब तो जी अमीर सूबा सीगा उस टाइम, तुसीं कह सकते हो मुगलों का, ते वन ऑफ द रिचेस्ट स्टेट सीगा उस टाइम इंडिया का। ते अंग्रेज भी सब तो पहला इत्थे ही आके काबज होणगे, ते क्योंकि ये सब तो अमीर सूबा सी, इत्थों के जिहड़े रिसोर्स है, इत्थों के रिसोर्सिस ही उन्होंने अगे हैल्प करनगे हौली हौली बाकी इंडिया के उत्ते कब्जा करन दे विच, ठीक है जी। तां हैगा बंगाल। इत्थे जिहड़ा बंदा सीगा जिहने तुसीं कह सकदे हो एक अलग इंडिपेंडेंट स्टेट की नींव रखी, वो सीगा जी मुर्शिद कुली खान। यह 1717 च गवर्नर लाया गया सी बंगाल का। हुण 1717 तो देखो ये बंगाल का गवर्नर लाया गया सी, पर इस तों पहला भी 1700 तो यह की सी बंगाल का दीवान सीगा। दीवान यानी कि उत्थों का जो सारा रेवन्यू है, जी सारी कमाई हो रही है लैंड तो, वो सारी यही निगरानी के अंदर सी। दीवान के पोस्ट का यही मतलब होंगे, ठीक है, रेवन्यू वाला सारा काम ये देखता सी। ते हुण 1717 के इहनूं गवर्नर भी ला दिता गया, यानी कि नाजिम भी ला दिता गया। नाजिम ने गवर्नर। तो मुगलों के अंदर जो कोई सूबा होंदा सी, सपोज का सूबा है, दो बंदे मेन होंदे सी, एक तो नाजिम ते दूजा दीवान। दीवान हुण सारा पैसे का काम देखता सी, सारी कमाई का ध्यान रखता सी। नाजिम सारी फौज कंट्रोल करता सी, तो सारी लॉ एंड ऑर्डर की जिम्मेवारी यही हुंदी सी। तो दो बंदे मेन होंदे सी, ते ये दोनों पोस्टां अलग अलग बंदियां कोले हुंदियां सी। मुगल राजा इवें रखदा सी, ओबवियसली जे इक्को बंदे नूं दे दूं तां ओह ज्यादा पावरफुल हो जू। पर हुण इहदे केस च की होया, दोनों ऑफिसर्स एक बंदे कोले आ गए, तो ओबवियसली यह यानी कि काफी पावरफुल बन जूगा, ठीक है जी। तो मुर्शिद कुली खान तुसीं कह सकते हो पहला नवाब सी, जिहदे टाइम तो बंगाल एक तरीके का इंडिपेंडेंट स्टेट वांगू काम करना शुरू कर दिंदा है। तो यह जो बनया सी जी नवाब हुण बन गया। 1719 के राजे ने इहनूं होर की देता, बंगाल का तो गवर्नर सी गई, नाल नाल इहनूं किहदा बनाता हुण उड़ीसा का गवर्नर भी बनाता। तो हुण ये बंगाल ते उड़ीसा ये अंडर का एरिया वध गया, दोने थावां ये कंट्रोल दे विच आ गया, ठीक है जी। हुण मुर्शिद कुली खान ने जी काफी इंपॉर्टेंट काम कीते सी, खासकर रेवेन्यू एडमिनिस्ट्रेशन दे विच। पहला ही जो ये दीवान ही होंदा सी उदों भी काफी वधिया काम कीता सी, तां ही उदों खुश हो के गवर्नर लाया सी। इहने जी जिहड़ी कमाई आपां देखिआ पहलां मुगलों के अंदर डावाडोल हो गई सी, उहनूं स्ट्रीमलाइन कीता। किवें कीता? इहने पहलां की कीता, सारे जमींदारां नूं जिहड़े रेवेन्यू टाइम ते नहीं सी दिंदे गए, आपदी मर्जी करदे सी, उन्हां नूं इहने कंट्रोल कीता भी हुण तो तुसीं रेवेन्यू टाइम ते दिया करना है। ताई आप देखिए खिलाफ जी रिवेलीयन हुई तीन वो भी हुई, जमींदार ओबवियसली पसंद नहीं आऊगा कि साडे आके कोई कंट्रोल करे। फिर इन्हें होर की कीता, जिहड़े जमींदार या कई जिहड़े इन्हां दे अंदर होर अफसर सीगे जिहड़े गल नहीं सी मनदे, उन्हां दीयां जगीरां इन्हें खोलियां ते जगीर लैंड नूं किहदे च कन्वर्ट करता,
खलीसा लैंड च। ਆਪਾਂ ਦੇਖਿਆ दो तरह ਦੀਆਂ लैंड सी, एक जगीर लैंड, एक खलीसा लैंड। खलीसा लैंड तो ਇਹਨਾਂ ਨੂੰ ਰਾਜੇ ਨੂੰ ਡਾਇਰੈਕਟ ਕਮਾਈ ਹੁੰਦੀ ਸੀ, जगीर लैंड तो कोई जगीरदार है वो कमाई करता सी। तो इन्हें आपदे अंदर वाली लैंड ਵਧਾਈਆਂ, यानी कि आपकी कमाई के सोर्स ਵਧਾਏ। सिमिलरली हुण ਇਹਨੇ देखो एग्रीकल्चर को प्रमोट करने की कोशिश की, ओबवियसली एग्रीकल्चर जो वधिया होगा, फसल ज्यादा होगी तो इनू ही कमाई ज्यादा हो। इन्हें की किया, किसानों को लोन देने शुरू किए, जिन्होंने की कहा जाता सी तकवी, यानी कि एग्रीकल्चरल लोन्स। तो ये लोन देने इन्हें शुरू किए। सिमिलरली इन्हें रेवेन्यू फार्मिंग की प्रैक्टिस शुरू करती बंगाल च, जी आप देखिया इजारा फार्मिंग, जी मुगलों के अंडर जुल्फिकार खान ने शुरू की थी। तो वो तो देखो यदि कमाई तो वध जाऊगी, पर फार्मर्स लिए यह चीज नुकसानदेह होगी। ठीक है जी। सिमिलरली जी इन्हें होर की किया, हुण बंगाल दे विच यूरोपीयन कंपनियां काफी ऑपरेट कर रही थी, क्योंकि कोस्टल एरिया सी, पोर्ट सीगे उत्थे बहुत ज्यादा, तो उत्थे व्यापार बहुत हुंदा सीगा इंडिया ते यूरोप दे विच, शिप्स बहुत आउंदियां सी, तो उत्थे यूरोपीयन कंपनियां सीगियां। ते आपां देखिआ फरूक सियार दा एक फरमान सीगा, ठीक है, इहदे बारे डिटेल च पढ़ांगे। तो फरमान दे विच कुछ प्रिविलेजेस दित्तियां सी, कुछ तुसीं कह सकदे हो स्पैशल प्रोविजन सीगियां यूरोपीयन कंपनी, ब्रिटिश जिहड़ी ईस्ट इंडिया कंपनी ਉਹਦੇ वास्ते, पर ਉਹਦਾ ईस्ट इंडिया कंपनी मिसयूज कर रही सी। ਇਹਨੇ ਕੀ ਕੀਤਾ, checked the misuse of privileges by European trading companies। ਤਾਂ ਉਹਨਾਂ ਨੂੰ ਇਹਨਾਂ ਨੇ कंट्रोल ਦੇ ਵਿੱਚ ਰੱਖਿਆ। ठीक है। सिमिलरली हुण बंगाल ਦੇ ਵਿੱਚ ट्रेड एंड कमर्स काफी सीगा, ਤਾਂ ਇਹਦੇ ਲਈ क्योंकि मर्चेंट काफी ज्यादा ऑपरेट करते सी बंगाल ਦੇ ਵਿੱਚ, ਤਾਂ सड़कों के उत्ते लॉ एंड ऑर्डर बनया रहे, कोई मर्चेंट जे जा रहे होण कोई लुट्टे ना, किसी तरह की यही घटना ना हो। इन्हें की किया, थाने ते चौकियां बनवाइया थां थां ते, ताकि लॉ एंड ऑर्डर है जिहड़ा सही रहे। तो इस तरीके नाल जी इन्हें आप दे बंगाल दे विच स्टेबिलिटी लियाउण दी कोशिश की, ते उहदे विच इन्हें काफी वधिया काम भी कीता सीगा। ठीक है जी। तो यह सीगा इहदे अंडर दा काम। तो यह हुण 1717 दे विच बनदा हैगा नवाब, ते 1727 तक यह नवाब रहिंदा हैगा। ठीक है जी। इस तो बाद बनता है जी शुजाउद्दीन नेक्स्ट नवाब। ये कदों तो कदों तक बनता है, 1727 तो 39 तक। ये भी ਇਹਦਾ सन इन लॉ ਸੀਗਾ। ਇਹਦੇ टाइम बाद इंपोर्टेंट चीज की होंगी है, ਇਹਨੂੰ की ला दिता जाता है जी, बिहार का गवर्नर भी ला दिता जाता है। तो हुण देखो बंगाल नवाब के अंडर बंगाल तो सीगे पहला, ये अंडर उड़ीसा भी आ गया सी, ते हुण नवाब है जिहड़े बंगाल के उन्होंने अंडर बिहार भी आ जाता है। ठीक है जी। नैक्सट जिहड़ा बनता है सरफराज खान, 1739 तो 40 तक ये इहदा मुंडा हुंदा हैगा। यह रहिंदा हैगा खालकली ही नवाब रहिंदा हैगा। इहनूं जी हरा दिंदा कौन, अलीवर्दी खान। अलीवर्दी खान हुण कौन सीगा, अलीवर्दी खान जी पहला इन्हां दा ही बंदा सी डिप्टी गवर्नर ऑफ बिहार हुंदा है, यानी कि नवाब आप तो बंगाल दे सी, बंगाल दे विच बंगाल भी है, बिहार भी है, उड़ीसा भी है। बिहार दे विच उन्होंने एक अगे बंदा लाया सी अलीवर्दी खान। ठीक है। यह हरा दिंदा हैगा नवाब नूं किथे, बैटल ऑफ गिरिया दे विच।
1740 ਦੇ ਵਿੱਚ। ਇਹਦੇ ਵਿੱਚ ਸਰਫਰਾਜ਼ ਖਾਨ ਨੂੰ ਇਹ ਹਰਾ ਕੇ ਆਪ ਬਣ ਜਾਂਦਾ ਹੈ। ਤਾਂ ਅਲੀ ਵਰਦੀ ਖਾਨ ਨਵਾਬ ਕਦੋਂ ਤੋਂ ਕਦੋਂ ਤੱਕ ਰਹਿੰਦਾ ਹੈ? 1740 to 1756। ਹੁਣ ਨਵਾਬ ਨੂੰ ਮਾਰ ਕੇ ਇਹ ਆਪ ਬਣਦਾ ਹੈਗਾ ਨਵਾਬ। ਤੇ ਹੁਣ ਆਬਵੀਅਸਲੀ ਮੁਗਲ ਰਾਜਾ ਵੀ ਤਾਂ ਬੈਠਾ ਇੱਕ ਬੰਦਾ, ਜਦੋਂ ਇਹ ਆਪਦੇ ਆਪ ਨੂੰ ਨਵਾਬ ਡਿਕਲੇਅਰ ਕਰਦਾ ਹੈ, ਇਹ ਵੀ ਦੇਖੋ ਹਜੇ ਇੰਨੀ ਕੁ ਮੁਗਲ ਰਾਜੇ ਦੀ ਮੰਨ ਰਿਹਾ ਅਥਾਰਟੀ, ਹਾਲਾਂਕਿ ਉਹਦੇ ਕੋਲ ਕੋਈ ਰੀਅਲ ਅਥਾਰਟੀ ਪਾਵਰ ਹੈ ਨਹੀਂ, ਪਰ ਫਿਰ ਵੀ ਇਹ ਕੀ ਕਰਦਾ, ਮੁਗਲ ਰਾਜੇ ਨੂੰ 2 ਕਰੋੜ ਰੁਪਇਆ ਭੇਜਦਾ। ਤੇ ਇਨ ਰਿਟਰਨ ਮੁਗਲ ਰਾਜਾ ਕੀ ਕਰਦਾ, ਇਹਨੂੰ ਬੰਗਾਲ ਦਾ ਨਵਾਬ ਰੈਕੋਗਨਾਈਜ਼ ਕਰ ਲੈਂਦਾ। ਠੀਕ ਹੈ ਜੀ। ਪਰ ਹੁਣ ਇਹਦੇ ਟਾਈਮ ਤੋਂ ਬੰਗਾਲ ਇੱਕ ਤਰੀਕੇ ਦਾ ਪੂਰਾ ਹੀ ਇੰਡੀਪੈਂਡੈਂਟ ਹੋ ਜਾਂਦਾ। ਕਿਉਂ? 1746 ਦੇ ਵਿੱਚ ਮੁਗਲ ਰਾਜੇ ਨੂੰ ਇਹ ਕਹਿੰਦਾ ਕਿ ਮੈਨੂੰ ਪੈਸੇ ਭੇਜ, ਪਰ ਇਸ ਟਾਈਮ ਤੇ ਇਹ ਮਨਾ ਕਰ ਦਿੰਦਾ, ਨਹੀਂ ਹੁਣ ਮੈਂ ਬਣ ਗਿਆ, ਇੱਕ ਵਾਰੀ ਤੇ ਪਰਮਿਸ਼ਨ ਲੈ ਲਈ, ਹੁਣ ਨਹੀਂ ਮੈਂ ਪੈਸੇ ਦੇਣੇ। ਤਾਂ ਇਸ ਤਰੀਕੇ ਨਾਲ ਇਹਦੇ ਟਾਈਮ ਤੋਂ ਕਿਹਾ ਜਾਂਦਾ ਵੀ ਵਰਚੁਅਲੀ ਬੰਗਾਲ ਆ ਜਿਹੜਾ ਉਹ ਅਲੱਗ ਹੀ ਹੋ ਜਾਂਦਾ ਹੈ ਮੁਗਲ ਅੰਪਾਇਰ ਤੋਂ। ਠੀਕ ਹੈ ਜੀ। ਅਗੇਨ ਬੰਗਾਲ ਦੇ ਨਵਾਬ ਆ ਜਿਹੜੇ, ਉਹਨਾਂ ਨੂੰ ਵੀ ਮਰਾਠਿਆਂ ਤੋਂ ਕਾਫੀ ਜ਼ਿਆਦਾ ਹਮਲੇ ਸਹਿਣੇ ਪੈਂਦੇ ਹੈਗੇ। ਇਨਫੈਕਟ 1752 ਦੇ ਵਿੱਚ ਅਲੀ ਵਰਦੀ ਖਾਨ ਹੈ ਜਿਹੜਾ, ਮਰਾਠੇ ਅਟੈਕ ਕਰਦੇ ਹੈ, ਉੜੀਸਾ ਦਾ ਕੁਝ ਹਿੱਸਾ ਮਰਾਠਿਆਂ ਨੂੰ ਦਿੰਦਾ ਹੈਗਾ ਤੇ ਉਹਨਾਂ ਨੂੰ ਚੌਥ ਦੇਣ ਨੂੰ ਅਗਰੀ ਹੋ ਜਾਂਦਾ ਹੈ। ਚੌਥ ਆਪਾਂ ਦੇਖਿਆ ਸੀ ਨਾ, ਟੈਕਸ ਇੱਕ ਤਰੀਕੇ ਦਾ, ਤਾਂ ਕਿ ਮਰਾਠੇ ਹੁਣ ਕੀ ਕਰਨਗੇ, ਅੱਗੇ ਤੋਂ ਅਟੈਕ ਬੰਗਾਲ ਤੇ ਨਹੀਂ ਕਰਨਗੇ। ਤਾਂ ਇਸ ਤਰੀਕੇ ਨਾਲ ਮਰਾਠਿਆਂ ਤੋਂ, ਮਰਾਠਿਆਂ ਦੀ ਸਾਈਡ ਤੋਂ ਇਹ ਸਿਕਿਉਰ ਹੋ ਜਾਂਦਾ ਹੈ। ਠੀਕ ਹੈ ਜੀ। ਇਸ ਤੋਂ ਬਾਅਦ ਚ ਅਲੀ ਵਰਦੀ ਖਾਨ ਤੋਂ ਬਾਅਦ ਚ ਸਿਰਾਜ ਉਦ ਦੌਲਾ ਨੈਕਸਟ ਨਵਾਬ ਬਣਦਾ ਹੈ। ਸਿਰਾਜ ਉਦ ਦੌਲਾ ਇਹ ਰਹਿੰਦਾ ਹੈ 1756 ਤੋਂ 57 ਤੱਕ। ਇਹ ਜੀ ਇਹਦਾ ਗ੍ਰੈਂਡਸਨ ਹੁੰਦਾ, ਇਹਦਾ ਦੋਤਾ ਹੁੰਦਾ, ਇਹਦੀ ਕੁੜੀ ਦਾ ਮੁੰਡਾ ਹੁੰਦਾ। ਠੀਕ ਹੈ ਜੀ। ਪਰ ਜਦੋਂ ਇਹ ਬਣਤਾ ਜਾਂਦਾ ਹੈ, ਆਪਾਂ ਹੁਣ ਇੱਕ ਦੂਜੇ ਅੱਗੇ ਪੜਾਂਗੇ, ਇਹਦੇ ਟਾਈਮ ਤੋਂ ਕੀ ਹੁੰਦਾ ਹੈ, ਇਹ ਬਣਤਾ ਜਾਂਦਾ ਹੈ, ਪਰ ਬਹੁਤ ਲੋਕਾਂ ਨੂੰ ਇਹ ਪਸੰਦ ਨਹੀਂ ਆਉਂਦਾ ਵੀ ਅਗਲਾ ਨਵਾਬ ਇਹ ਬਣ ਗਿਆ। ਇਨਫੈਕਟ ਉੱਥੇ ਹੋਰ ਕੰਟੈਂਡਰ ਵੀ ਹੁੰਦੇ ਆ ਪਾਵਰ ਦੇ। ਇੱਕ ਹੁੰਦੀ ਹੈ ਜੀ घसीटी बेगम, अली वर्दी खान की कुड़ी। ठीक है, वो होंगी हैगी। ते एक होर होंदी हैगी, एक होर बंदा हुंदा हैगा शौकत जंग। यह पुरनिया एक इलाका हुंदा बंगाल दे विच, उत्थों दा फौजदार हुंदा है। तां यह दोनों भी चाहुंदे हुंदे भी अगला नवाब असीं बणीए। तो अगे आप देखेंगे फरदर बंगाल भी किवें ईस्ट इंडिया कंपनी आई, ये कंस्पिरेसियां होंदियां सिराज उद दौला के खिलाफ, ईस्ट इंडिया कंपनी भी बड़ा रोल प्ले करती है। अल्टीमेटली असल विनर कौन रहा सारे ईस्ट इंडिया कंपनी, ब्रिटिश ट्रेडिंग कंपनी। ठीक है जी। तो यह सी बंगाल की हिस्टरी, और ये कुछ चीज़ें याद रखने वाली हैं। बंगाल जी ट्रेड एंड कमर्स काफी इंपोर्टेंट सी, व्यापार काफी इंपोर्टेंट सी ये चीज भी। अच्छा, ये व्यापार है जो ट्रेड एंड कमर्स दो तरीके होंदा सी। ओवरलैंड रूट थ्रू भी होंदा सी, यानी कि बंगाल तो होंदा होया, देखो लैंड के रूट के थ्रू अवध चों होंदा होया, दिल्ली तो होंदा होया, पंजाब तो होंदा होया, यूरोप तक जांदा सी। सिमिलरली ओशियानिक रूट भी सीगा, समुद्र के थ्रू भी यह ट्रेड किया जाता सी। ते यह एक बहुत इंपोर्टेंट सोर्स ऑफ इनकम सी बंगाल के नवाब वास्ते। अच्छा, हुण हुंदा की है, ओवरलैंड ट्रेड ना थोड़ा जा डिस्टर्ब हो जाता है। क्यों? क्योंकि लैंड के उत्ते इंडिया उस टाइम काफी पोलिटिकल इंस्टेबिलिटी चल रही थी, खासकर मराठे सी वो काफी ज्यादा अटैक करते सी, जिहदे चलते ओवरलैंड ट्रेड है जिहड़ा वो अफेक्ट होया सी। पर उहनूं मोर देन कंपनसेट किया किने, ओशियानिक ट्रेड ने। क्यों? क्योंकि जी हुण यूरोपियन ट्रेडिंग कंपनियां आ रही सी, वो बहुत ज्यादा ट्रेड कर रही सी, तां जिन्ना कित्थों नुकसान होया सी उदू कितनी ज्यादा इत्थे भरपाई हो जाती है। ठीक है जी। तां ट्रेड दे चलदे
ਬੰਗਾਲ ਦੇ ਵਿੱਚ ਮਰਚੈਂਟ ਕਲਾਸ ਕਾਫੀ ਜ਼ਿਆਦਾ ਇੰਪੋਰਟੈਂਟ ਸੀਗੀ। ਤਾਂ ਵਪਾਰੀ ਹੈ ਜਿਹੜੇ ਕਾਫੀ ਵੱਡੇ ਵੱਡੇ ਵਪਾਰੀ ਹੈ ਜਿਹੜੇ ਉਸ ਟਾਈਮ ਬੰਗਾਲ ਦੇ ਵਿੱਚ ਸੀਗੇ, ਤੇ ਇਹ ਹਿੰਦੂ ਵੀ ਸੀਗੇ, ਮੁਸਲਮਾਨ ਵੀ ਸੀਗੇ, ਤੇ ਇੱਕ ਅਰਮੇਨੀਅਨ ਮਰਚੈਂਟ ਵੀ ਬੰਗਾਲ ਦੇ ਵਿੱਚ ਕਾਫੀ ਜ਼ਿਆਦਾ ਆਪਰੇਟ ਕਰਦੇ ਸੀਗੇ। ਸਿਮਿਲਰਲੀ ਇੱਕ ਨਵੇਂ ਸੈਕਸ਼ਨ ਜਿਹੜਾ ਬੰਗਾਲ ਦੇ ਵਿੱਚ ਦੇਖਣ ਨੂੰ ਮਿਲਦਾ ਇਸ ਟਾਈਮ, ਉਹ ਕਿਹਨਾਂ ਦਾ ਸੀ? ਜ਼ਮੀਂਦਾਰ। ਹੁਣ ਜ਼ਮੀਂਦਾਰ ਵੈਸੇ ਤਾਂ ਮੁਗਲਾਂ ਦੇ ਅੰਡਰ ਵੀ ਸੀਗੇ, ਪਹਿਲਾਂ ਵੀ ਸੀਗੇ, ਪਰ ਆਪਾਂ ਦੇਖਿਆ ਪਹਿਲੇ ਵਾਲੇ ਜ਼ਮੀਂਦਾਰ ਹੈ ਜਿਹੜੇ ਉਹ ਟੈਕਸ ਵਗੈਰਾ ਜ਼ਿਆਦਾ ਦੇ ਕੇ ਖੁਸ਼ ਨਹੀਂ ਸੀ, ਤੇ ਜਦੋਂ ਮੁਰਸ਼ਿਦ ਕੁਲੀ ਖਾਨ ਆਉਂਦਾ ਹੈ ਉਦੋਂ ਵੀ ਅਪਰਾਈਜ਼ਿੰਗ ਹੁੰਦੀ ਹੈ। ਆਪਾਂ ਦੇਖਿਆ ਉਹਨਾਂ ਤੋਂ ਸਾਰੇ ਉਹਨਾਂ ਦੇ ਅੰਡਰ ਵਾਲੇ ਏਰੀਏ ਕਿਉਂਕਿ ਨਵੇਂ ਬੰਦੇ ਨੂੰ ਦੇ ਦਿੱਤੇ ਜਾਂਦੇ ਆ, ਤੇ ਇਸ ਤੋਂ ਬਾਅਦ ਖਾਸ ਕਰ ਜਦੋਂ ਰੈਵਨਿਊ ਫਾਰਮਿੰਗ ਆਉਂਦੀ ਹੈ, ਜਿਹੜੇ ਮਿਡਲਮੈਨ ਆਉਂਦੇ ਆ, ਹੁਣ ਉਹ ਬੰਦੇ ਆ ਜਾਂਦੇ ਆ, ਤਾਂ ਜਿਹੜੇ ਪੁਰਾਣੇ ਜ਼ਮੀਂਦਾਰ ਸੀਗੇ ਉਹ ਸਾਰੇ ਹੁਣ ਰਿਮੂਵ ਹੋ ਜਾਂਦੇ ਆ, ਤੇ ਉਹਨਾਂ ਦੀ ਜਗ੍ਹਾ ਤੇ ਕੁਝ ਨਵੇਂ ਜ਼ਮੀਂਦਾਰਾਂ ਦੀ ਕਲਾਸ ਹੈ ਜਿਹੜੀ ਉੱਭਰ ਕੇ ਸਾਹਮਣੇ ਆ ਜਾਂਦੀ ਹੈ। ਤਾਂ ਪਹਿਲਾਂ ਬੰਗਾਲ ਦੇ ਵਿੱਚ ਕੀ ਸੀ? ਬਹੁਤ ਜ਼ਿਆਦਾ ਛੋਟੇ ਛੋਟੇ ਜ਼ਮੀਂਦਾਰ ਸੀ, ਪਰ ਹੁਣ ਕੀ ਰਹਿ ਗਿਆ? ਜ਼ਮੀਂਦਾਰ ਆ ਗਏ ਨਵੇਂ ਤੇ ਫਿਊ, ਸਿਰਫ ਕੁਝ ਕੁ ਜ਼ਮੀਂਦਾਰੀ ਸੀ। ਤਾਂ ਐਵੇਂ ਕਿਹਾ ਜਾਂਦਾ ਹੈ ਬੰਗਾਲ ਦੇ ਵਿੱਚ ਅੱਧੇ ਤੋਂ ਵੱਧ ਬੰਗਾਲ ਹੈ ਜਿਹੜਾ ਉਹ ਸਿਰਫ 15 ਜ਼ਮੀਂਦਾਰ ਹੀ ਕੰਟਰੋਲ ਕਰਦੇ ਸੀ, ਸਿਰਫ 15 ਜ਼ਮੀਂਦਾਰਾਂ ਦੇ ਅੰਡਰ ਹੀ ਸੀਗਾ। ਠੀਕ ਹੈ ਜੀ। ਇੱਕ ਨਵੀਂ ਕਲਾਸ ਜਿਹੜੀ ਬੰਗਾਲ ਦੇ ਵਿੱਚ ਇਮਰਜ ਹੋਈ ਸੀ ਉਹ ਸੀਗੀ ਜੀ ਬੈਂਕਰਸ। ਬੈਂਕਰਸ ਯਾਨੀ ਕਿ ਉਹ ਲੋਕ ਜਿਹੜੇ ਹੁਣ ਵਿਆਜ ਦੇ ਬਿਜ਼ਨਸ ਦੇ ਵਿੱਚ ਸੀਗੇ, ਪੈਸਾ ਲੋਨ ਦਿੰਦੇ ਸੀਗੇ ਇੰਟਰਸਟ ਲਾ ਕੇ। ਇਹ ਨਵੀਂ ਕਲਾਸ ਇਮਰਜ ਹੋਈ ਸੀ। ਇਹ ਇਮਰਜ ਤਾਂ ਹੋਈ ਸੀ ਜੀ ਕਿਉਂਕਿ ਜਿਹੜੇ ਨਵਾਬ ਸੀ ਬੰਗਾਲ ਦੇ, ਉਹ ਨਾ ਜ਼ਮੀਂਦਾਰਾਂ ਤੋਂ ਬਹੁਤ ਸਟ੍ਰਿਕਟ ਤਰੀਕੇ ਨਾਲ ਵਿਆਜ ਜਿਹੜਾ ਟੈਕਸ ਹੈ ਕਲੈਕਟ ਕਰਦੇ ਸੀ। ਮਤਲਬ ਕਿ ਹੁਣ ਕਿਸੇ ਜ਼ਮੀਂਦਾਰ ਦੇ ਅੰਦਰ ਕੋਈ ਏਰੀਆ ਆਉਂਦਾ, ਉਹਨੂੰ ਕਹਿ ਦਿੱਤਾ ਜਾਂਦਾ ਸੀ ਵੀ ਇੰਨੀ ਤਰੀਕ ਤੱਕ ਤੂੰ ਜਿਹੜਾ ਸਾਰਾ ਟੈਕਸ ਹੈ ਇਕੱਠਾ ਕਰਕੇ ਦੇਣਾ। ਜੇ ਉਹ ਤੋਂ ਨਹੀਂ ਸੀ ਦਿੱਤਾ ਜਾਂਦਾ ਉਹਦੀ ਜ਼ਮੀਂਦਾਰੀ ਖੋਲੀ ਜਾਂਦੀ ਸੀ। ਹੁਣ ਅਕਸਰ ਹੀ ਜ਼ਮੀਂਦਾਰਾਂ ਨੂੰ ਇਹ ਪ੍ਰੋਬਲਮ ਆਉਂਦੀ ਸੀ, ਮੌਕੇ ਤੇ ਕਲੈਕਸ਼ਨ ਪੂਰੀ ਨਹੀਂ ਸੀ ਹੋ ਪਾਉਂਦੀ, ਪਰ ਅੱਗੇ ਡਿਮਾਂਡ ਹੈਗੀ ਅੱਗੇ ਤੁਸੀਂ ਪੈਸਾ ਦੇਣਾ ਹੀ ਦੇਣਾ, ਤਾਂ ਹੁਣ ਉਹ ਪੈਸਾ ਕਿੱਥੋਂ ਲਿਆਉਣ? ਇਹ ਲੋੜ ਪੈਂਦੀ ਸੀ ਜ਼ਮੀਂਦਾਰਾਂ ਨੂੰ। ਇਸ ਲੋੜ ਨੂੰ ਪੂਰੀ ਕਰਨ ਲਈ ਕਿਹੜੇ ਲੋਕ ਆ ਗਏ? ਬੈਂਕਰ। ਤਾਂ ਇਹ ਬੈਂਕਰ ਹੈ ਜਿਹੜੇ ਹੁਣ ਪੈਸਾ ਇਹਨਾਂ ਜ਼ਮੀਂਦਾਰਾਂ ਨੂੰ ਲੋਨ ਦਿੰਦੇ ਸੀ। ਤਾਂ ਇਹਨਾਂ ਦਾ ਇਨਫਲੂਐਂਸ ਹੈ ਜਿਹੜਾ ਕਾਫੀ ਜ਼ਿਆਦਾ ਵੱਧ ਗਿਆ ਸੀ, ਇੱਥੋਂ ਤੱਕ ਕਿ ਜਿਹੜੇ ਰਾਜੇ ਵੀ ਹੈ ਉਹਨਾਂ ਨੂੰ ਵੀ ਇਹਨਾਂ ਦੀ ਲੋੜ ਪੈਂਦੀ ਰਹਿੰਦੀ ਸੀ, ਜਿਹੜੇ ਨਵਾਬ ਹੈ। ਤਾਂ ਇਹਨਾਂ ਦੇ ਵਿੱਚ ਇੱਕ ਇੰਪੋਰਟੈਂਟ ਨਾਮ ਆਉਂਦਾ ਹੈਗਾ ਜਿਵੇਂ ਕਿ ਜਗਤ ਸੇਠ ਦਾ। ਜਗਤ ਸੇਠ ਇੱਕ ਬਹੁਤ ਤਗੜਾ ਬੈਂਕਰ ਸੀਗਾ ਬੰਗਾਲ ਦਾ। ਇਨਫੈਕਟ 1730 ਦੇ ਵਿੱਚ ਇਹਨਾਂ ਦਾ ਇਨਫਲੂਐਂਸ ਵੱਧ ਜਾਂਦਾ ਹੈ, ਇਹ ਟ੍ਰੈਜਰਰ ਬਣ ਜਾਂਦਾ ਹੈ ਬੰਗਾਲ ਗਵਰਨਮੈਂਟ ਦਾ, ਯਾਨੀ ਕਿ ਖਜ਼ਾਨਚੀ। ਤਾਂ ਇਹ ਸਾਰੀ ਦੇਖ ਰੇਖ ਹੁਣ ਕਰ ਰਹੇ ਨੇ ਬੰਗਾਲ ਜਿਹੜੀ ਰਿਆਸਤ ਹੈ ਉਹਦੇ ਜਿੰਨੇ ਵੀ ਫਾਈਨੈਂਸਿਸ ਹੈ। ਠੀਕ ਹੈ ਜੀ। ਇਨਫੈਕਟ ਇਹ ਵੀ ਕਿਹਾ ਜਾਂਦਾ ਹੈ ਅਲੀਵਰਦੀ ਖਾਨ ਨੇ ਜਦੋਂ ਤਖਤਾ ਪਲਟ ਕੀਤਾ ਤਾਂ ਉਹਦੀ ਸਪੋਰਟ ਕਿਹਨੇ ਕੀਤੀ ਸੀ? ਜਗਤ ਸੇਠ ਨੇ। ਤੇ ਇਹਨਾਂ ਦਾ ਇਨਫਲੂਐਂਸ ਇੰਨਾ ਕੁ ਜ਼ਿਆਦਾ ਸੀ, ਅੱਗੇ ਚੱਲ ਕੇ ਆਪਾਂ ਦੇਖਾਂਗੇ ਵੀ ਜਿਹੜੀ ਈਸਟ ਇੰਡੀਆ ਕੰਪਨੀ ਹੈ ਉਹ ਵੀ ਇਹਨਾਂ ਦੀ ਹੈਲਪ ਲੈਂਦੀ ਹੈ, ਤੇ ਇਹ ਵੀ ਈਸਟ ਇੰਡੀਆ ਕੰਪਨੀ ਦਾ ਸਾਥ ਦਿੰਦੇ ਆ, ਤਾਂ ਹੀ ਕਰਕੇ ਈਸਟ ਇੰਡੀਆ ਕੰਪਨੀ ਜਿਹੜੀ ਬੰਗਾਲ ਦੇ ਵਿੱਚ ਸਕਸੈਸਫੁਲ ਹੋ ਜਾਂਦੀ ਹੈ। ਠੀਕ ਹੈ ਜੀ। ਤਾਂ ਇਹ ਸੀਗੇ 3 ਸਕਸੈਸਰ ਸਟੇਟਸ, ਕਿਹੜੇ? ਹੈਦਰਾਬਾਦ, ਅਵਧ ਤੇ ਬੰਗਾਲ। ਨੈਕਸਟ ਕਲਾਸ ਦੇ ਵਿੱਚ ਆਪਾਂ ਅੱਗੇ ਵਾਲੇ ਰਿਬੇਲੀਅਸ ਸਟੇਟ ਦੇਖਾਂਗੇ, ਤੇ ਜੇ ਉਸ ਲੈਕਚਰ ਦੇ ਵਿੱਚ ਹੁੰਦਾ ਹੋਇਆ ਤਾਂ ਆਪਾਂ ਜਿਹੜੇ ਐਕਸਟਰਨਲ ਜਾਂ ਇੰਡੀਪੈਂਡੈਂਟ ਸਟੇਟ ਕੀਤੇ ਹੈਗੇ ਉਹਨਾਂ ਨੂੰ ਵੀ ਉਹਦੇ ਵਿੱਚ ਸਟੱਡੀ ਕਰਨ ਦੀ ਕੋਸ਼ਿਸ਼ ਕਰਾਂਗੇ।